हर गल का सवाल देंगे। राणा साहब मुस्कुरांदे होया तुसीं जवाब देना हर गल। जी ते सज्जनों ते मित्रों, तुहाडा सारियां दा स्वागत है साइंसदानां दी गपशप। अज सा लोग वलैत विआह करन जांदे सन, कोई चीन जांदा ही, कोई जापान जांदा ही, तुसीं इंडिया ही तुर के विआह करन वास्ते। ਉੱਥੇ ਤਾਂ ਸਾਰੇ ਟੁਰੇ ਫਿਰਦੇ ਆ, ਇੰਡੀਆ ਜਾ ਕੇ ਤੂੰ ਦਿਖਾ। बाबा जी तुहानू बाबा महमूदा क्यों कहंदे ने? बाबा जी पहले शादी एक मेरी हुई, वो मर गई। दूई हुई, वो भी मर गई। की हुई, भज गई। फिर लोग बाबा बाबा कहने लग पे। इफ्तिखार साहब, ਇਹ ਸਾਨੂੰ ਦੱਸੋ ਕਿ ਤੁਹਾਨੂੰ ਇਫਤਖਾਰ ਕਾਲਾ ਕਿਉਂ ਕਹਿੰਦੇ ਨੇ? ਤੁਸੀਂ ਹਜੇ ਤੱਕ ਉਹ ਦੇਸੀ ਚੀਜ਼ਾਂ ਇਹਨਾਂ ਨੂੰ ਰეკਮੈਂਡ ਕਰੋਗੇ ਕਿ ਇਹ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰਨ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਇਯਾਕ ਨਅਬੁਦੁ व इय्याक नस्तईन। ਜੀ ਤੇ ਸੱਜਣੋ ਤੇ ਮਿੱਤਰੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਇੰਸਦਾਨਾਂ ਦੀ ਗੱਪਸ਼ਪ। ਮੈਂ ਤੁਹਾਡਾ ਆਪਣਾ ਮਿੱਤਰ ਨੁਮਾਨ ਅਹਿਮਦ ਹਾਜ਼ਰ ਹਾਂ ਸਾਇੰਸਦਾਨਾਂ ਦੀ ਗੱਪਸ਼ਪ ਦੇ ਨਾਲ। ਅੱਜ ਅਸੀਂ ਜਿਨ੍ਹਾਂ ਲੋਕਾਂ ਦੇ ਕੋਲ ਆਏ ਆ, ਅਸਲ ਸਾਇੰਸਦਾਨ ਇਹ ਨੇ। ਕੁਝ ਸਾਇੰਸਦਾਨ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਜਿਹੜੇ ਯੂਨੀਵਰਸਿਟੀਆਂ ਕਾਲਜਾਂ 'ਚ ਡਿਗਰੀਆਂ ਲੈ ਕੇ ਸਾਇੰਸਦਾਨ ਬਣੇ, ਤੇ ਕੁਝ ਸਾਇੰਸਦਾਨ ਉਹ ਨੇ ਜਿਹੜੇ ਮੇਰੇ ਨਾਲ ਬੈਠੇ ਜਿਹੜੇ ਜੰਮਦਿਆਂ ਹੀ ਸਾਇੰਸਦਾਨ ਹੋ ਗਏ। ਉਹ ਜੰਮਦਿਆਂ ਹੀ ਸਾਇੰਸਦਾਨ ਜਿਹੜੇ ਆਪਣੇ ਮਾਂ ਪਿਓ ਦੇ ਨਾਲ ਛੋਟੇ ਹੁੰਦਿਆਂ ਤੋਂ ਆਪਣੀ ਪੈਲੀਆਂ ਦੇ ਵਿੱਚ, ਆਪਣੀ ਜ਼ਮੀਨਾਂ ਦੇ ਵਿੱਚ, ਆਪਣੀ ਫਸਲਾਂ ਦੇ ਵਿੱਚ ਤੱਤੀ ਹਵਾ ਤੇ ਬਾਰਿਸ਼ ਤੇ ਸੈਲਾਬ ਹਰ ਚੀਜ਼ ਜਿਸ ਬੰਦੇ ਦੇਖੀ ਹੋਵੇ। ਅੱਜ ਸਾਡੇ ਨਾਲ ਜਿਹੜੇ ਮਹਿਮਾਨ ਨੇ ਉਹ ਅਸਲ ਸਾਇੰਸਦਾਨ ਨੇ। ਇਹ ਸਾਇੰਸਦਾਨ ਉਹ ਨੇ ਜਿਨ੍ਹਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਤਾਰੀਫ ਦੇ ਮੁਹਤਾਜ ਨਹੀਂ। ਇਹ ਆਪਣੇ ਆਪ ਨੂੰ ਸਾਇੰਸਦਾਨਾਂ ਨਾਲੋਂ ਵੀ ਵੱਧ ਸਾਇੰਸਦਾਨ ਸਮਝਦੇ ਨੇ। ਇੱਕ ਸਾਇੰਸਦਾਨ ਕੌਣ ਹੁੰਦਾ ਹੈ? ਇੱਕ ਸਾਇੰਸਦਾਨ ਉਹ ਹੁੰਦਾ ਜਿਹੜਾ ਕੋਈ ਤਜਰਬਾ ਕਰੇ। ਇਹ ਉਹ ਲੋਕ ਨੇ ਜਿਹੜੇ ਦਿਨ 'ਚ 18 ਤਜਰਬੇ ਕਰਦੇ ਨੇ। ਮੈਂ ਤੁਹਾਨੂੰ ਅੱਜ ਜਿਹੜੇ ਸਾਡੇ ਮਹਿਮਾਨ ਨੇ, ਸਾਡੇ ਮਿੱਤਰ ਨੇ, ਉਹਨਾਂ ਦੇ ਨਾਲ ਮਿਲਾਵਾਂਗਾ। ਉਹਨਾਂ ਦੇ ਨਾਮ ਹੈ ਰਾਣਾ ਉਮਰ ਫਾਰੂਕ ਸਾਹਿਬ। ਰਾਣਾ ਉਮਰ ਫਾਰੂਕ ਸਾਹਿਬ ਜਿਹੜੇ ਕਿਸੇ ਵੀ ਤਾਰੀਫ ਦੇ ਮੁਹਤਾਜ ਨਹੀਂ, ਤੇ ਰਾਣਾ ਸਾਹਿਬ ਆਪਣੇ ਆਪ ਨੂੰ ਸਾਇੰਸਦਾਨਾਂ ਤੋਂ ਵੀ ਉੱਤੇ ਸਮਝਦੇ ਨੇ। ਤੇ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਆਪਣੀ ਇਸ ਗੱਲ ਨੂੰ ਕਿਸ ਤਰ੍ਹਾਂ ਸਾਬਤ ਕਰਨਗੇ। ਸਭ ਤੋਂ ਪਹਿਲੇ ਤੁਹਾਡਾ ਵੈਲਕਮ। ਤੁਸੀਂ ਮਾਸ਼ਾਅੱਲਾ ਆਪਣਾ ਟਾਈਮ ਦਿੱਤਾ, ਔਰ ਤੁਹਾਡਾ ਜਿਹੜਾ ਗੈਟਅਪ ਹੈ ਮਾਸ਼ਾਅੱਲਾ ਰਾਣਾ ਸਾਹਿਬ ਬਿਲਕੁਲ ਜ਼ਿਮੀਂਦਾਰਾਂ ਵਾਲਾ ਔਰ ਇੱਕ ਸਾਇੰਸਦਾਨਾਂ ਤੋਂ ਵੱਧ ਕੇ ਗੈਟਅਪ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸਾਇੰਸਦਾਨ ਸਮਝਦੇ ਹੋ? ਇਹ ਸਾਡਾ ਨਾ ਜੀ ਬਚਪਨ ਤੋਂ ਤਜਰਬਾ ਜਿਹੜਾ ਨਾ, ਅਸੀਂ ਤਜਰਬੇ ਦੇ ਵਿੱਚ ਜਿਹੜੇ ਥੋੜੇ ਸਾਇੰਸਦਾਨ ਆਉਂਦੇ ਸਾਡੇ ਕੋਲ, ਅਸੀਂ ਤਾਂ ਇਹਨਾਂ ਨੂੰ ਮਸ਼ਵਰੇ ਦੇ ਦਿੰਦੇ ਹਾਂ ਯਾਰ ਜਿਹੜੀ ਇਸ ਤਰ੍ਹਾਂ ਫਸਲਾਂ ਨੇ ਇਸ ਤਰ੍ਹਾਂ ਕੰਮ ਕਰਦੀ। ਹੁਣ ਤੁਹਾਡੇ ਸਾਇੰਸਦਾਨ ਨੇ ਕਿਹਾ ਜੀ ਸਰੋਂ ਕਣਕ ਦੇ ਆਲੇ ਦੁਆਲੇ ਨਾ ਬੀਜੋ, ਉਹ ਬਜਾਉਣੋਂ ਹਟਾਤੀ। ਦੁਬਾਰਾ ਅਸੀਂ ਉਹਨੂੰ ਦੱਸਿਆ ਵੀ ਸਰੋਂ ਦਾ ਜਿਹੜਾ ਸੀ ਨਾ ਮਸਲਾ, ਇਹ ਜਿਹੜਾ ਸਾਰਾ ਤੇਲਾ ਬਰਦਾਸ਼ਤ ਕਰਦੀ ਸੀ, ਹੁਣ ਕਣਕ ਨੂੰ ਪੈਣ ਲੱਗ ਗਿਆ। ਹੁਣ ਸਾਡੀ ਗੱਲ ਮੰਨਣ ਲੱਗ ਗਿਆ, ਤੁਸੀਂ ਸਹੀ ਬੀਜੋ, ਹੁਣ ਦੁਬਾਰਾ ਬਜਾਉਣ ਲੱਗ ਗਏ। ਰਾਣਾ ਸਾਹਿਬ ਕਹਿੰਦੇ ਨੇ ਕਿ ਜਿਹੜੇ ਸਾਇੰਸਦਾਨ ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਆਉਂਦੇ ਨੇ ਉਹਨਾਂ ਨੂੰ ਸਹੀ ਸਾਇੰਸਦਾਨ ਦਾ ਰੁਤਬਾ ਅਸੀਂ ਆਪ ਦਿੰਦੇ ਹਾਂ, ਕਿਉਂਕਿ ਅਸੀਂ ਆਪ ਵੱਡੇ ਸਾਇੰਸਦਾਨ ਹਾਂ। ਜਿੱਦਾਂ ਕਿ ਰਾਣਾ ਸਾਹਿਬ ਨੇ ਕਿਹਾ ਛੋਟੇ ਛੋਟੇ ਸਾਇੰਸਦਾਨ, ਇਹ ਛੋਟੇ ਛੋਟੇ ਸਾਇੰਸਦਾਨਾਂ ਤੋਂ ਮਿਲ ਕੇ ਇੱਕ ਵੱਡਾ ਸਾਇੰਸਦਾਨ ਬਣਦਾ, ਤੇ ਜਿਹੜਾ ਸਾਇੰਸਦਾਨ ਸਾਡੇ ਨਾਲ ਬੈਠਾ। ਰਾਣਾ ਸਾਹਿਬ, ਹੋਰ ਤੁਸੀਂ ਜ਼ਿੰਦਗੀ 'ਚ ਕਿਹੜੀ ਐਸੀ ਕੋਈ ਸਾਇੰਸ ਜਾਂ ਐਸਾ ਤਜਰਬਾ ਕੀਤਾ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੈ? ਸਾਨੂੰ ਤਾਂ ਜੀ ਬਚਪਨ ਦਾ ਹੁਣ ਤਾਂ ਸਾਰੇ ਹੀ ਯਾਦ ਆ। ਕੋਈ ਇੱਕ ਐਸਾ ਤਜਰਬਾ ਸੁਣਾਓ ਜਿਹਨੂੰ ਸੁਣ ਕੇ ਮੇਰੇ ਸਾਇੰਸਦਾਨ ਹੈਰਾਨ ਹੋ ਜਾਣ। ਦੇਖੋ ਜੀ, ਜਿਹੜੀ ਅਸੀਂ ਬੀਜਦੇ ਸੀ ਬਰਸਨ ਪਹਿਲੇ, ਉਹ ਬਰਸਨ ਦੇ ਵਿੱਚ ਅਸੀਂ ਉਹ ਸਾਡੇ ਸਿਆਣੇ ਬੰਦੇ ਨਾ ਵਿੱਚ ਮੋੜਾ ਫੇਰਦੇ ਸੀ, ਕਹਿੰਦੇ ਧਾਗਾ ਫੇਰ ਦੇਣਾ। ਤੇ ਉਹ ਸਭ ਦਾ ਮਕਸਦ ਇਹ ਵੀ ਹੁਣ ਤਾਂ ਸਪਰੇਅ ਨਾਲ ਕੀੜੇ ਰੋਕਦੇ ਆ ਨਾ, ਜ਼ਿਆਦਾ ਅਸੀਂ ਮਿੱਟੀ ਨਾਲ ਲਾ ਕੇ ਰੋਕ ਲੈਂਦੇ ਸੀ। ਤੇ ਰਾਣਾ ਸਾਹਿਬ ਇੱਕ ਗੱਲ ਦੱਸੋ ਕਿ ਜਿਹੜੇ ਪਹਿਲੇ ਤੁਸੀਂ ਤਜਰਬੇ ਕਰਦੇ ਸੋ, ਉਹ ਤਜਰਬੇ ਵਧੀਆ ਸਨ ਜਾਂ ਜਿਹੜੇ ਇਹ ਛੋਟੇ ਛੋਟੇ ਸਾਇੰਸਦਾਨ ਜਿਹਨਾਂ ਨੂੰ ਤੁਸੀਂ ਛੋਟੇ ਛੋਟੇ ਸਾਇੰਸਦਾਨ ਆਉਂਦੇ ਹੋ, ਇਹ ਜਿਹੜੇ ਕਰਦੇ ਨੇ ਇਹ ਤਜਰਬੇ ਠੀਕ ਨੇ? ਇਹ ਜੀ ਸਪੀਡ ਵਧਾਉਣ ਵਾਲੇ ਆ ਗਏ। ਇਹ ਜਿਹੜੇ ਹੁੰਦੇ ਸਾਇੰਸਦਾਨ, ਇਹ ਸਪੀਡ ਨਾਲ ਵਧਾਉਂਦੇ ਆ ਫਸਲ ਦੀ, ਬੰਦਿਆਂ ਦੀ। ਤੇ ਜਿਹੜਾ ਸਾਡਾ ਕੰਮ ਸੀ ਉਹ ਅਸੀਂ ਕੰਮ ਕਰਦੇ ਸਕੂਨ ਵਾਲਾ। ਇਹ ਸਪੀਡ ਵਧਾਉਣ ਵਾਲੇ 'ਚ ਕੋਈ ਫਾਇਦਾ ਹੋਇਆ? ਫਾਇਦਾ ਤਾਂ ਹੋਇਆ, ਕਾਫੀ ਆਮਦਨ ਵੱਧ ਗਈ। ਕਿਸ ਤਰ੍ਹਾਂ ਦਾ ਫਾਇਦਾ ਹੋਇਆ? ਦੇਖੋ ਜੀ, ਜਿਹੜੇ ਸਾਡੇ ਤਜਰਬੇ ਸੀ ਨਾ ਪਹਿਲੇ, ਉਸ ਜ਼ਮਾਨੇ 'ਚ ਬੀਜ ਜਿਹੜੇ ਕਣਕਾਂ ਦੇ, ਭਿੰਡੀਆਂ ਦੇ ਸੀਗੇ, ਦੇਸੀ ਸਾਡੇ ਹੁੰਦੇ ਸੀ, ਉਹ ਇੰਨੀ ਪੈਦਾਵਾਰ ਨਹੀਂ ਸੀ ਦਿੰਦੇ। ਜੇ ਆ ਤੁਹਾਡੇ ਜਿਹੇ ਤਜਰਬੇ ਨਾਲ ਇਹ ਹੋ ਗਿਆ ਵੀ ਅਸੀਂ ਸਪਰੇਅ ਕਰਨ ਲੱਗ ਗਏ, ਉਹ ਕੀੜਾ ਬਣ ਹਟ ਗਿਆ। ਤੁਸੀਂ ਸਪਰੇਅ ਨੂੰ ਫਾਇਦਾਮੰਦ ਸਮਝਦੇ ਹੋ? ਸਾਰੇ ਤੁਹਾਡੇ ਕੋਲ ਹਾਜ਼ਰ ਹੋਏ ਨੇ, ਇਹ ਤੁਹਾਡੇ ਕੋਲ ਸਿੱਖਣਾ ਚਾਹੁੰਦੇ ਨੇ, ਤੁਹਾਡੇ ਕੋਲ ਜਾਣਨਾ ਚਾਹੁੰਦੇ ਨੇ। ਤੁਸੀਂ ਕੀ ਆਪਣੇ ਕੋਲ ਤਜਰਬੇ ਨਾਲ ਇਹਨਾਂ ਨੂੰ ਐਸੀ ਗੱਲ ਸਿਖਾਓਗੇ ਕਿ ਇਹ ਜ਼ਿੰਦਗੀ 'ਚ ਤੁਹਾਡੇ ਅੰਦਰ ਕਾਮਯਾਬ ਹੋ ਜਾਣ? ਇਹ ਜਿਹੜੇ ਸਾਡੇ ਬੱਚੇ ਆ ਨਾ ਜੀ, ਇਹ ਇਕੱਲੀ ਸਪਰੇਅ ਤੇ ਖਾਦ ਤੇ ਜ਼ੋਰ ਨਾ ਦੇਣ।
ਇਹ ਦੇਸੀ ਰੇ ਲਾਜ਼ਮੀ ਫਸਲ 'ਚ ਪਾਉਣ। ਜੇ ਦੇਸੀ ਰੇ ਤੋਂ ਬਗੈਰ ਕੋਈ ਚੀਜ਼ ਕੰਮ ਨਹੀਂ ਕਰਦੀ। ਤੁਸੀਂ ਹਜੇ ਤੱਕ ਉਹ ਦੇਸੀ ਚੀਜ਼ਾਂ ਇਹਨਾਂ ਨੂੰ ਰეკਮੈਂਡ ਕਰੋਗੇ ਕਿ ਹਾਂਜੀ। ਇਹ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰਨ, ਉਹਨਾਂ ਤੋਂ ਬਗੈਰ ਇਹ ਕਾਮਯਾਬ ਹੀ ਨਹੀਂ ਹੋ ਸਕਦੇ ਜੀ। ਕਾਮਯਾਬ ਨਹੀਂ ਹੋਣਗੇ। ਨਾਜ਼ਰੀਨ, ਰਾਣਾ ਸਾਹਿਬ ਦਾ ਕਹਿਣਾ ਇਹ ਹੈ ਕਿ ਇਹ ਸਾਇੰਸਦਾਨ ਜਿੱਡੇ ਵੱਡੇ ਮਰਜ਼ੀ ਹੋ ਜਾਣ, ਇਹ ਦੇਸੀ ਤਰੀਕਿਆਂ ਤੋਂ ਬਗੈਰ ਅੱਗੇ ਨਹੀਂ ਨਿਕਲ ਸਕਦੇ। ਇਹ ਅੱਜ ਕੱਲ੍ਹ ਦੀਆਂ ਖਾਦਾਂ, ਅੱਜ ਕੱਲ੍ਹ ਦੀਆਂ ਦਵਾਈਆਂ, ਇਹ ਸਿਰਫ ਵਕਤੀ ਕੰਮ ਤੇ ਕਰਦੀਆਂ ਨੇ, ਪਰ ਇਹ ਦੇਰ ਪਾ ਜਾਂ ਇੱਕ ਚੀਜ਼ ਦਾ ਮੁਕੰਮਲ ਹੱਲ ਨਹੀਂ। अस्सलाम वालेकुम, मेरा नाम है डॉक्टर शाइज़ा रसूल ते मैं डॉक्टर हाँ, पर मैं सीड टेस्टिंग लैब 'ਚ काम करदी हाँ। ਤੇ ਮੇਰਾ ਡੇਲੀ ਦਾ ਜਿਹੜਾ ਕੰਮ ਹੁੰਦਾ ਹੈ ਇਹ ਹੁੰਦਾ ਕਿ ਸੀਡ ਨੂੰ ਅਸੀਂ ਉਗਾ ਕੇ ਦੇਖੀਏ ਕਿ ਉਹ ਕਿਸ ਤਰ੍ਹਾਂ ਉੱਗਦਾ ਹੈ, ਉਹਨੂੰ ਕੀ ਜਿਹੜੇ ਚੈਲੰਜਸ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਤੇ ਮੈਂ ਪੰਜਾਬ ਦੀ ਧੀ ਹਾਂ, ਮੇਰੇ ਨਾਲ ਨੇ ਉਹ ਪੰਜਾਬ ਦੀ ਜ਼ਮੀਨਾਂ ਦੇ ਰਖਵਾਲੇ, ਉਹਨਾਂ ਨੂੰ ਤੁਸੀਂ ਕਹਿ ਲਓ, ਜਿਹੜਾ ਬੜੀ ਚੰਗੀ ਤਰ੍ਹਾਂ ਡੀਲ ਕਰਦੇ ਨੇ ਕਿ ਇੱਕ ਬੀਜ ਨੂੰ ਫਸਲ 'ਚ ਕਿੱਦਾਂ ਲੈ ਕੇ ਜਾਣਾ ਹੈ ਤੇ ਉਹਨੂੰ ਐਂਡ ਤੱਕ ਕਿੱਦਾਂ ਲੈ ਕੇ ਜਾਣਾ ਹੈ। ਤੇ ਸਰ ਜੀ, ਮੈਂ ਤੁਹਾਡੇ ਕੋਲੋਂ 2-4 ਸਵਾਲ ਲੈ ਕੇ ਆਈ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਹੈ ਉਹ ਇਹ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਟਾਈਮ ਜਿਹੜੀ ਕਿ ਕਿਸਾਨਾਂ ਦੀ ਜਿਹੜੀ ਕੰਡੀਸ਼ਨ ਹੈ ਜਾਂ ਉਹਨਾਂ ਦੀ ਮਾਲੀ ਹਾਲਤ ਹੈ, ਕਿਉਂਕਿ ਇੱਕ ਕਨਸੈਪਟ ਹੈ ਕਿ ਕਿਸਾਨ ਮਿਹਨਤ ਜ਼ਿਆਦਾ ਕਰਦਾ ਹੈ ਪਰ ਉਹਦਾ ਫਲ, ਉਹਦਾ ਜਿਹੜਾ ਸਿਲਾ ਉਹਨੂੰ ਘੱਟ ਮਿਲਦਾ ਹੈ, ਤੇ ਉਹਦੇ ਪਿੱਛੇ ਮੇਨ ਕਿਹੜੀ ਵਜ੍ਹਾ ਜਿਹੜੇ ਤੁਸੀਂ ਕਹਿੰਦੇ ਹੋ ਕਿ ਹਕੂਮਤੀ ਕਿ ਕੋਈ ਕਮੀ ਹੈ, ਜਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਸਾਇੰਸਦਾਨ ਨਾਲੋਂ ਉਸ ਹਿਸਾਬ ਦੀ ਕਮੀ ਆ ਰਹੀ ਹੈ, ਤੁਸੀਂ ਕੀ ਕਹਿੰਦੇ ਹੋ ਇਸ ਬਾਰੇ 'ਚ? ਇਹ ਜਿਹੜੀ ਸਪੀਡ ਤੇਜ਼ ਕੀਤੀ ਇਹਨਾਂ ਨੇ ਉਹਦੀ ਕਮੀ ਆਉਂਦੀ ਹੈ। ਜ਼ਮੀਨ ਨੂੰ ਸੁਕਾਉਂਦੇ ਨਹੀਂ। ਜ਼ਮੀਨ ਨੂੰ ਸੁਕਾਉਣ ਤੋਂ 20 ਸਾਲ ਬਾਅਦ ਫੇਰ ਆਉਂਦਾ। ਜ਼ਮੀਨ ਸੁਕਾਉਣ ਤੋਂ ਤੁਹਾਡੀ ਕੀ ਮੁਰਾਦ ਹੈ ਇੱਥੇ? ਜਿਸ ਤਰ੍ਹਾਂ ਜ਼ਮੀਨ ਫਸਲ ਬੀਜਦੇ ਨਾ ਬੀਜ, ਹਾਂਜੀ, ਜਿਸ ਤਰ੍ਹਾਂ ਬੀਜ ਬੀਜਿਆ ਜਾਂਦਾ ਉਸ ਟਾਈਮ ਉਹ ਜ਼ਮੀਨ ਸੁੱਕੀ ਹੋਵੇ ਤਾਂ 20 ਸਾਲ ਬਾਹਰ ਆਉਂਦਾ। ਜ਼ਮੀਨ ਜਿਹੜਾ ਬੀਜ ਨੂੰ ਘੁੱਟ ਲੈਂਦੀ ਹੈ, ਜਿਹੜੀ ਜ਼ਮੀਨ ਗਿੱਲੀ ਹੁੰਦੀ ਹੈ। ਠੀਕ ਹੋ ਗਿਆ, ਅਸਲ ਵਿੱਚ ਵਜ੍ਹਾ ਹੈ। ਸਹੀ ਹੋ ਗਿਆ। ਤੇ ਅੱਜ ਕੱਲ ਜਿੱਦਾਂ ਤੁਸੀਂ ਵੀ ਜਾਣਦੇ ਹੋ, ਸਾਡੇ ਸਾਰੇ ਨਾਜ਼ਰੀਨ ਵੀ ਜਾਣਦੇ ਨੇ ਕਿ ਅੱਜ ਕੱਲ ਮੌਸਮੀਆਤੀ ਤਬਦੀਲੀਆਂ ਵੀ ਕਾਫੀ ਆ ਰਹੀਆਂ ਨੇ, ਤੇ ਉਹਨਾਂ ਦੀ ਵਜ੍ਹਾ ਤੋਂ ਵੀ ਜ਼ਾਰੀ ਗੱਲ ਹੈ, ਇੱਕ ਫਸਲ ਆ ਉਹਦੇ ਦਿਨ ਅੱਗੇ ਪਿੱਛੇ ਹੋ ਰਹੇ ਨੇ, ਉਹਦੀ ਵਜ੍ਹਾ ਤੋਂ ਫਸਲਾਂ ਤੇ ਕਿੰਨਾ ਅਸਰ ਆ ਰਿਹਾ? ਇਸ ਤਰ੍ਹਾਂ ਨਹੀਂ ਜ਼ਿਆਦਾ ਆਉਂਦਾ। ਇਹ ਵਜ੍ਹਾ ਸਿਰਫ ਇਹ ਹੈ ਜੀ ਜ਼ਮੀਨ ਦੀ ਤਾਕਤ ਘਟਦੀ ਹੈ। ਜ਼ਮੀਨ ਜਿਹੜੀ ਗਿੱਲੀ ਹੁੰਦੀ ਹੈ ਉਹ 'ਚ ਤਾਕਤ ਨਹੀਂ ਪੂਰੀ ਹੁੰਦੀ। ਜ਼ਮੀਨ ਨੂੰ ਟਾਈਮ ਦੇਣਾ ਪੈਂਦਾ। ਜ਼ਮੀਨ ਦੇ ਵਿੱਚ ਤਾਕਤ ਪੂਰੀ ਫੇਰ ਹੀ ਆਉਂਦੀ ਹੈ। ਜਦ ਜ਼ਮੀਨ ਖੁੱਲੀ ਹੋ ਗਈ ਨਾ, ਪੋਲੀ ਹੁੰਦੀ ਹੈ, ਉਹ ਹਰ ਵੀ ਬਾਹਰ ਲੈ ਲੈਂਦੀ ਹੈ, ਉਹ ਸਰਦੀ ਨੂੰ ਨਹੀਂ ਮਹਿਸੂਸ ਕਰਦੀ। ਜਿਹੜੀ ਜ਼ਮੀਨ ਗਿੱਲੀ ਉਹ ਸਰਦੀ ਨੂੰ ਮਹਿਸੂਸ ਕਰਨਾ, ਗਰਮੀ ਨੂੰ ਵੀ ਕਰਨਾ। ਠੀਕ ਹੋ ਗਿਆ। ਤੇ ਮੇਰਾ ਇਹ ਤੋਂ ਅਗਲਾ ਸਵਾਲ ਇਹ ਹੈ ਕਿ ਇਸ ਟਾਈਮ ਅਸੀਂ ਮੁਸਲਸਲ ਜਿਹੜੀ ਇੱਕ ਗੱਲ ਕਰ ਰਹੇ ਹਾਂ ਉਹ ਅਸੀਂ ਕਰ ਰਹੇ ਹਾਂ ਜ਼ਮੀਨ ਤੇ ਇਹਦੇ ਸਾਰੇ ਦੇ ਵਿੱਚ ਸਿਰਫ ਜ਼ਮੀਨ ਦਾ ਹੀ ਇੱਕ ਤੁਸੀਂ ਕਸੂਰ ਸਮਝ ਰਹੇ ਹੋ, ਜਾਂ ਇੱਕ ਚੀਜ਼ ਉਹ ਵੀ ਹੈ ਕਿ ਬੀਜ ਤੁਸੀਂ ਕਿੱਥੋਂ ਲੈ ਰਹੇ ਹੋ? ਮਤਲਬ ਹੁਣ ਇੱਕ ਬੀਜ ਤੁਸੀਂ ਲੈਣ ਜਾਂਦੇ ਹੋ ਤੇ ਉਹਦੇ ਵਿੱਚ ਤੁਸੀਂ ਸਿਰਫ ਇੱਕ ਕੰਪਨੀ ਦਾ ਨਾਮ ਦੇਖਦੇ ਹੋ ਕਿ ਇਹ ਵਾਲੀ ਕੰਪਨੀ ਹੈ, ਇਹਦਾ ਬੀਜ ਮੈਂ ਅੱਖ ਬੰਦ ਕਰਕੇ ਵੀ ਲੈ ਲਾਂਗਾ ਤੇ ਠੀਕ ਹੈ, ਜਾਂ ਤੁਸੀਂ ਕੋਈ ਨਵੀਂ ਜਗ੍ਹਾ ਤੋਂ ਵੀ ਟਰਾਈ ਕਰਦੇ ਹੋ ਬੀਜ ਤੇ ਤੁਸੀਂ ਉਹਦੇ ਵਿੱਚ ਕੋਈ ਖਾਸ ਚੀਜ਼ਾਂ ਦੇਖਦੇ ਹੋ ਕਿ ਇਹਦੇ ਵਿੱਚ ਕੀ ਚੀਜ਼ ਹੋਏਗੀ ਤੇ ਮੈਂ ਕਹਾਂਗਾ ਕਿ ਇਹ ਬੀਜ ਮੇਰੀ ਫਸਲ ਤੋੜ ਲਗਾਏਗੀ? ਅਸੀਂ ਜਿਹੜਾ ਬੀਜ ਲੈਂਦੇ ਹਾਂ ਨਾ ਜੀ, ਪਹਿਲੇ ਉਹਨੂੰ ਥੋੜਾ ਜਿਹਾ ਲਾ ਕੇ ਦੇਖਦੇ ਹਾਂ, ਉਹਦਾ ਆਪਣਾ ਤਜਰਬਾ ਕਰਕੇ ਫਿਰ ਅਸੀਂ ਉਸ ਕਾਪੀ ਤੋਂ ਲੈਂਦੇ ਹਾਂ। ਸਹੀ, ਮਤਲਬ ਤੁਸੀਂ ਕੋਈ ਹੋਰ ਜਿੱਦਾਂ ਸਾਡੀ ਇੱਕ ਸੀਡ ਟੈਸਟਿੰਗ ਲੈਬ ਹੈ, ਤੁਸੀਂ ਇਦਾਂ ਦੀ ਕਿਸੇ ਲੈਬ ਤੋਂ ਕਦੀ ਟੈਸਟ ਕਰਾਉਂਦੇ ਹੋ? ਜੀ ਤੁਹਾਡੇ ਤੋਂ ਤਜਰਬਾ ਨਹੀਂ ਕਰਦੇ, ਅਸੀਂ ਆਪਣੇ ਤੋਂ ਤਜਰਬਾ ਕਰਦੇ ਹਾਂ। ਤੁਹਾਡੇ ਤਜਰਬਾ ਨਹੀਂ ਮੰਨਦੇ ਅਸੀਂ। ਤੁਸੀਂ ਆਪਣਾ ਤਜਰਬਾ ਕਿੱਦਾਂ ਕਰਦੇ ਹੋ? ਪਹਿਲੇ ਉਹਨੂੰ ਅਸੀਂ ਥੋੜੀ ਜਗ੍ਹਾ ਲਾ ਕੇ ਦੇਖਦੇ ਹਾਂ, ਜੋ ਆਮਦਨ ਪੂਰੀ ਕਰਦਾ ਫਿਰ ਅਸੀਂ ਦੁਬਾਰਾ ਬੀਜ ਲੈ ਕੇ ਲਾਉਂਦੇ ਹਾਂ। ਮਤਲਬ ਤੁਸੀਂ ਜ਼ਮੀਨ 'ਚ ਹੀ ਲਗਾਉਂਦੇ ਹੋ? ਜ਼ਮੀਨ 'ਚ ਲਗਾਉਂਦੇ ਹਾਂ। ਸਹੀ, ਮਤਲਬ ਜ਼ਮੀਨ ਦੇ ਨਾਲ ਹੀ ਗਿਲਿਆ ਪਰ ਜ਼ਮੀਨ 'ਚ ਬੀਜ ਲਗਾ ਕੇ ਤੁਸੀਂ ਚੈੱਕ ਕਰ ਰਹੇ ਹੋ? ਅਸੀਂ ਆਪਣਾ ਜਿਹੜਾ ਤੁਸੀਂ ਆਪਣੀ ਸ਼ੁਰੂ ਕਰਦੇ ਹਾਂ ਉੱਥੇ। ਅੱਛਾ, ਸਹੀ ਹੋ। ਜੋ ਸਾਰੀ ਫਸਲ 'ਚ ਬੀਜ ਲਾ ਲਈ, 20 ਗਲਤ ਨਿਕਲ ਜੇ, ਫਸਲ ਦਾ ਨੁਕਸਾਨ ਹੀ ਬਹੁਤ ਹੈ। ਚਲੋ ਸਰ, ਫਿਰ ਤੁਸੀਂ ਇਹ ਦੱਸ ਦਿਓ ਤੁਸੀਂ ਯਕੀਨ ਕਿਹੜੀ ਚੀਜ਼ ਤੇ ਕਰਦੇ ਹੋ? ਇਹ ਯਕੀਨ ਜਿਹੜੇ ਸਾਡੇ ਨਾ ਪਿੰਡ ਦੇ ਵਿੱਚ, ਚੱਕ ਦੇ ਵਿੱਚ 4 ਆੜਤੀ ਹੈਗੇ, 4-5 ਸਾਡੇ ਸਿਆੜਤਾਂ ਬਣੀ ਹੋਈਆਂ, ਉਹ ਆਪਣਾ ਤਜਰਬਾ ਕਰਕੇ ਦਵਾਈ ਸਾਰਾ ਇਸਤੇਮਾਲ ਕਰਕੇ ਜ਼ਿਮੀਂਦਾਰ ਨੂੰ ਉਹ ਦੱਸਦੇ ਆ। ਸਾਡੇ ਲੋਕ ਇਹਨਾਂ ਆੜਤੀਆਂ ਤੇ ਯਕੀਨ ਕਰਦੇ ਆ। ਸਹੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜ਼ਮੀਨ ਦਾ ਸੁੱਕਾ ਹੋਣਾ ਜ਼ਰੂਰੀ ਹੈ, ਉਦਾਂ ਹੀ ਫਿਰ ਬੀਜ ਦਾ ਸੁੱਕਾ ਹੋਣਾ ਵੀ ਜ਼ਰੂਰੀ ਹੈ, ਮਤਲਬ ਉਹਦੇ ਵੀ ਕੋਈ ਕਾਬਲੀਅਤ ਹੋਣੀ ਜ਼ਰੂਰੀ ਹੈ? ਬੀਜ ਤਾਂ ਫਿਰ ਉਹ ਪਿੱਛੋਂ ਚੈੱਕ ਕਰਕੇ ਕਾਬਲੀਅਤ ਬਣਾ ਕੇ ਭੇਜਦੇ ਆ ਨਾ। ਨਹੀਂ, ਉਹ ਵੀ ਤੇ ਹੈ ਨਾ, ਹੁਣ ਮੁਖਤਲਿਫ ਕੰਪਨੀਆਂ ਨੇ ਉਹ ਸੀਡ ਵੇਚਦੀਆਂ, ਜ਼ਰੂਰੀ ਤੇ ਨਹੀਂ ਕਿ ਉਹਨਾਂ ਕਾਬਲ ਵੀ ਹੋਏ, ਤੇ ਉਹਦੀ ਅਸੀਂ ਇਹ ਰਿਕਮੈਂਡ ਕਰਾਂਗੇ। ਜਿੱਦਾਂ ਤੁਸੀਂ ਬੜੀ ਚੰਗੀ ਤਰ੍ਹਾਂ ਸਾਨੂੰ ਹਰ ਸਵਾਲ ਦਾ ਜਵਾਬ ਦਿੱਤਾ, ਤੇ ਉਹਦੇ ਵਿੱਚ ਜਿੱਦਾਂ ਇੱਕ ਜ਼ਮੀਨ ਦਾ ਖੁਸ਼ਕ ਹੋਣਾ ਜ਼ਰੂਰੀ ਹੈ। ਜਿਹੜਾ ਬੀਜ ਇੱਕ ਦਫਾ ਕੰਪਨੀ ਨੇ ਮਾੜਾ ਭੇਜਦਾ, ਦੁਬਾਰਾ ਤਾਂ ਲੱਗਣਾ ਹੀ ਨਹੀਂ ਉਹ। ਹਾਂਜੀ, ਉਹ ਤਾਂ ਜਿਹੜਾ ਸਹੀ ਲੱਗਦਾ ਤਾਂ ਅਸੀਂ ਲਾਉਨੇ ਆ ਨਾ। ਹਾਂਜੀ, ਜੇ ਜਿਸ ਵਾਰੀ ਇੱਕ ਵਾਰੀ ਫੇਲ ਹੋ ਗਿਆ, ਦੁਬਾਰਾ ਤਾਂ ਇਸ ਪਿੰਡ 'ਚ ਆਉਣਾ ਹੀ ਨਹੀਂ ਬੀਜ ਉਹ ਮੁੜ ਕੇ। ਨਹੀਂ, ਉਹੀ ਮੈਂ ਗੱਲ ਕਰ ਰਹੀ, ਜਿੱਦਾਂ ਜ਼ਮੀਨ ਦਾ ਸੁੱਕਾ ਹੋਣਾ ਜ਼ਰੂਰੀ ਹੈ, ਉਦਾਂ ਹੀ ਫਿਰ ਬੀਜ ਦਾ ਸੁੱਕਾ ਹੋਣਾ ਵੀ ਜ਼ਰੂਰੀ ਹੈ। ਬੀਜ ਦਾ ਅੱਛਾ ਹੋਣਾ ਜ਼ਰੂਰੀ ਹੈ। ਹਾਂਜੀ, ਬਿਲਕੁਲ। ਸੁੱਕਾ ਨਹੀਂ, ਅੱਛਾ ਹੋਣਾ ਜ਼ਰੂਰੀ ਆ। ਉਹ ਜਿਹੜਾ ਬੀਜ ਆ ਨਾ ਉਹ ਪੂਰਾ ਝਾੜ ਦੇਵੇ, ਪੂਰੇ ਟਾਈਮ ਨਾਲ ਉਤਰੇ। ਹੁਣ ਜੇ ਉਹ ਬੀਜ ਲਾ ਲਈ, ਉਹ 6 ਮਹੀਨੇ ਉਤਰੇ ਨਾ ਮੁੜ ਕੇ, ਫਿਰ ਬੀਜ ਕੀ ਕਰਨਾ? ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ, ਇਹਨਾਂ ਨੇ ਬੜੇ ਬਿਹਤਰੀਨ ਜਵਾਬ ਦਿੱਤੇ ਆ। ਤੇ ਅਸੀਂ ਇਹੀ ਗੱਲ ਕਵਾਂਗੇ ਕਿ ਜਿੱਦਾਂ ਇਹਨਾਂ ਦੇ ਵਾਸਤੇ ਇਹਨਾਂ ਦੀ ਜ਼ਮੀਨ ਬੜੀ ਮੈਟਰ ਕਰਦੀ ਹੈ ਕਿ ਜ਼ਮੀਨ ਦਾ ਸੁੱਕਾ ਹੋਣਾ ਜ਼ਰੂਰੀ ਹੈ, ਇਦਾਂ ਹੀ ਬੀਜ ਦੀ ਕਾਬਲੀਅਤ ਨੂੰ ਜਾਂਚਣ ਵਾਸਤੇ ਉਹਦੀ ਟੈਸਟਿੰਗ ਵੀ ਜ਼ਰੂਰੀ ਹੈ। ਤੇ ਇਹਨਾਂ ਦੇ ਤਜਰਬੇ ਤੇ ਸਾਡੇ ਇੰਨੇ ਸਾਲਾਂ ਦੀਆਂ ਡਿਗਰੀਆਂ ਦੇ ਨਾਲ ਅਸੀਂ ਇੱਕ ਚੀਜ਼ ਨੂੰ ਮੁਤਹਿਦ ਕਰਕੇ ਉਹਦਾ ਕੋਈ ਨਾ ਕੋਈ ਨਿਚੋੜ ਕੱਢ ਕੇ ਇਨਸ਼ਾਅੱਲਾ ਕੋਈ ਬਿਹਤਰੀਆ ਲਾਵਾਂਗੇ। ਜੀ ਸੱਜਣੋ ਤੇ ਮਿੱਤਰੋ, ਜੀ ਆਇਆਂ ਨੂੰ। ਸਾਡੇ ਨਾਲ ਮੌਜੂਦ ਨੇ ਹਾਜੀ ਨਜ਼ੀਰ ਸਾਹਿਬ। ਮੇਰਾ ਨਾਮ ਡਾਕਟਰ ਇਮਰਾਨ ਅਸ਼ਰਫ
ਮੈਂ ਵੀ ਇੱਕ ਸਾਇੰਸ ਦਾ ਸਟੂਡੈਂਟ ਹਾਂ, ਸਾਇੰਸਦਾਨ ਹਾਂ ਔਰ ਸਾਇੰਸ ਦੇ ਹਵਾਲੇ ਨਾਲ ਤਹਿਕੀਕ ਕਰਦੇ ਹਾਂ। ਹਾਜੀ ਸਾਹਿਬ ਨੂੰ ਪੁੱਛਦੇ ਹਾਂ ਕਿ ਜ਼ਮੀਨ ਨੂੰ ਤਾਕਤ ਨੂੰ ਕਾਇਮ ਰੱਖਣ ਵਾਸਤੇ ਹਾਜੀ ਸਾਹਿਬ ਨੇ ਜਿਸ ਤਰ੍ਹਾਂ ਅੱਗੇ ਉਮਰ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਅਸੀਂ ਮਜ਼ੀਦ ਲੈ ਕੇ ਜਾ ਸਕਦੇ ਹਾਂ। ਅੱਜ ਕੱਲ੍ਹ ਨਵੇਂ ਬੀਜ ਆ ਗਏ ਨੇ, ਖਾਦਾਂ ਆ ਗਈਆਂ ਨੇ, ਲੇਕਿਨ ਜ਼ਮੀਨ ਦੀ ਜਿਹੜੀ ਤਾਕਤ ਆ ਵਕਤ ਦੇ ਨਾਲ ਘਟ ਰਹੀ ਹੈ। ਜੀ ਤੁਸੀਂ ਦੱਸੋ ਕਿ ਫਾਰਮਰ ਸਾਡਾ ਜਾਂ ਕਿਸਾਨ ਤੁਸੀਂ ਕਿਸ ਤਰ੍ਹਾਂ ਉਹਨੂੰ ਮੈਨੇਜ ਕਰ ਰਹੇ ਹੋ, ਕਿਸ ਤਰ੍ਹਾਂ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋ ਖਾਦਾਂ ਤੋਂ ਇਲਾਵਾ? ਜੀ ਮੈਂ ਜੀ ਇੱਕ ਪੁਰਾਣਾ ਜ਼ਮੀਨਦਾਰ ਥੱਕਿਆ ਹੈ ਬੁੱਢਾ ਆਦਮੀ ਹੈ। ਅੱਜ ਦੇ ਜ਼ਮਾਨੇ ਦੀ ਜਿਹੜੀ ਟੈਕਨੋਲੋਜੀ ਹੈ ਇਹ ਤਾਂ ਮੈਂ ਵਾਕਫ ਨਹੀਂ ਹੈਗਾ। ਸਾਨੂੰ ਇਹ ਸਾਬਤ ਹੋਇਆ ਕਿ ਜਿਹੜੀ ਟੈਕਨੋਲੋਜੀ ਅੱਜ ਦੀ ਹੈਗੀ ਆ ਜੀ ਇਹਦੇ ਨਾਲ ਅਸੀਂ ਪੈਦਾਵਾਰ ਵੱਧ ਤੋਂ ਵੱਧ ਲੈ ਸਕਦੇ ਹਾਂ। ਜੀ ਜੀ ਲੇਕਿਨ ਇਸ ਹੱਦ ਤੱਕ ਪਹੁੰਚ ਜਾਂਦੇ ਆ ਜਿੰਨੀ ਕੁ ਪੈਦਾਵਾਰ ਲੈਂਦੇ ਆ ਓਨੇ ਕੁ ਸਾਡੇ ਖਰਚੇ ਹੋ ਜਾਂਦੇ ਆ। ਲੇਕਿਨ ਅਸੀਂ ਆਪਣੇ ਜ਼ਮਾਨੇ ਦੇ ਵਿੱਚ ਆਪਣੀ ਹੱਥਾਂ ਦੇ ਨਾਲ ਜੋ ਆਪਣੀ ਦਮੀ ਕਦਮੀ ਖੇਤੀ ਕੀਤੀ ਆ ਉਹਦੇ ਵਿੱਚ ਸਭ ਤੋਂ ਬੜੀ ਬਾਤ ਪਹਿਲੇ ਹੈਗੀ ਜ਼ਮੀਨ ਨੂੰ ਵਕਫਾ ਦੇਣਾ ਜੀ ਜੀ ਔਰ ਜ਼ਿਆਦਾ ਤੋਂ ਜ਼ਿਆਦਾ ਉਹਦੇ ਵਿੱਚ ਹਲ ਵਾਹੁਣਾ। ਇਦਾਂ ਹੀ ਅਸੀਂ ਸਾਲ ਵਿੱਚ 2 ਫਸਲਾਂ ਲੈਂਦੇ ਸੀਗੇ। ਇੱਕ 6 ਮਹੀਨੇ ਜ਼ਮੀਨ ਨੂੰ ਖਾਲੀ ਰੱਖਣਾ, 6 ਮਹੀਨੇ ਉਹਦੇ 'ਚ ਹਲ ਚਲਾਉਣਾ, ਫਿਰ ਉਹਦੇ 'ਚ ਦੇਸੀ ਰੂੜੀ ਦਾ ਰੇਹ ਪਾਉਂਦੇ ਸੀਗੇ। ਖਾਦ ਦਾ ਤਸੱਵਰ ਵੀ ਨਹੀਂ ਸੀਗਾ ਉਸ ਵਕਤ। ਔਰ ਸਾਡੀ ਜਿਹੜੀ ਫਸਲ ਸੀਗੀ ਉਹ ਬੜੀ ਖੁਸ਼ਗਵਾਰ ਹੁੰਦੀ ਸੀਗੀ ਔਰ ਉਹ ਵੀ ਐਸੇ ਸੀਗੇ। ਔਰ ਦੂਸਰੀ ਬਾਤ ਇਹ ਮਖਲੂਕ ਦੇ ਲਈ ਰੱਬ ਨੇ ਨਿਜ਼ਾਮ ਪੈਦਾ ਕੀਤਾ ਹੋਇਆ, ਜਿੰਨੀ ਕੁ ਪੈਦਾਵਾਰ ਹੁੰਦੀ ਸੀ ਉਸੇ ਹਿਸਾਬ ਦੀ ਮਖਲੂਕ ਸੀ। ਹੁਣ ਮਖਲੂਕ ਜ਼ਿਆਦਾ ਹੋ ਗਈ, ਅੱਲਾਹ ਤਾਲਾ ਨੇ ਥੋੜੇ ਨਜ਼ਰ ਤਜਰਬੇ ਨਵੇਂ ਭੇਜਦੇ। ਸਾਇੰਸ ਆ ਜਿਹੜੀ ਆ ਸਾਡੇ ਦੀਨ ਚੋਂ ਨਿਕਲੀ ਆ, ਇਸਲਾਮ ਦੇ ਵਿੱਚ ਆ, ਕੁਰਾਨ ਪਾਕ ਦੇ ਵਿੱਚ ਆ। ਜੀ ਬਿਲਕੁਲ ਤੁਸੀਂ ਉੱਥੋਂ ਤਜਰਬੇ ਕਰ ਕਰਕੇ ਇੱਥੇ ਤੱਕ ਪਹੁੰਚਾਇਆ। ਤੁਹਾਡਾ ਕਮਾਲ ਨਹੀਂ, ਉਸ ਕਮਾਲ ਉਸ ਪਾਕਜ਼ਾਤ ਦਾ ਜਿਹਨੇ ਟੈਕਨੋਲੋਜੀ ਭੇਜੀ ਹੋਈ ਆ ਅੱਜ ਤੋਂ 1400 ਸਾਲ ਪਹਿਲਾਂ। ਜੀ ਜੀ ਬਿਲਕੁਲ ਤੁਹਾਡੇ ਵੀ ਅਸੀਂ ਬਹੁਤ ਮਸ਼ਕੂਰ ਹਾਂ, ਤੁਸੀਂ ਮਿਹਨਤਾਂ ਕੀਤੀਆਂ ਤਾਂ ਇੱਥੇ ਤੱਕ ਪਹੁੰਚੇ ਆ, ਵਰਨਾ ਅਸੀਂ ਵੀ ਅੱਜ ਤੋਂ 40-50 ਸਾਲ ਪਹਿਲਾਂ ਪਹੁੰਚ ਜਾਂਦੇ। ਜੀ ਹੁਣ ਨਵੀਆਂ ਖਾਦਾਂ, ਨਵੇਂ ਬੀਜ ਔਰ ਉਹਦੇ ਲਈ ਮੁਖਤਲਿਫ ਕਿਸਮ ਦੀਆਂ ਦਵਾਈਆਂ ਆ ਗਈਆਂ ਜਿਨ੍ਹਾਂ ਦੇ ਨਾਲ ਪੈਦਾਵਾਰ ਵਧੀ। ਇਹ ਅੱਲਾਹ ਤਾਲਾ ਨੇ ਵਧਾਉਣ ਦੇ ਤਰੀਕੇ ਰੱਖਿਆ, ਜਿਵੇਂ ਮਖਲੂਕ ਨੂੰ ਵਧਾਉਂਦਾ ਉਦੋਂ ਪੈਦਾਵਾਰ ਨੂੰ ਵਧਾਉਂਦਾ। ਹਾਜੀ ਸਾਹਿਬ ਮੈਨੂੰ ਸ਼ੁਕਰੀਆ ਇਹ ਜੀ। ਦੱਸਿਓ, ਹਾਜੀ ਸਾਹਿਬ ਮੈਨੂੰ ਇਹ ਦੱਸਿਓ ਕਿ ਜ਼ਮੀਨ ਦੇ ਵਿੱਚ ਰੂੜੀ ਛੁੜੀ ਪਾਉਂਦੇ ਜੀ ਤੇ ਜ਼ਮੀਨ ਨੂੰ ਸਾਹ ਦੇਣ ਦੇ ਜਿਹੜਾ ਵਾ ਇੱਕ ਫਸਲ ਲਾ ਕੇ ਦੂਸਰੀ ਫਸਲ ਦਾ ਜਿਹੜਾ ਹੁਣ ਵਕਫਾ ਤਾਂ ਦੇਈਦਾ ਹੀ ਨਹੀਂਗਾ, ਹੁਣ ਨਹੀਂ ਦਿੰਦੇ ਉਹ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਦੇਣ। ਤੇ ਇਹ ਕਿੰਨਾ ਜ਼ਰੂਰੀ ਤੁਸੀਂ ਸਮਝਦੇ ਕਿ ਵਕਫਾ ਦੇਣਾ? ਕਿਉਂਕਿ ਇਹ ਬਹੁਤ ਅਹਿਮ ਚੀਜ਼ ਆ। ਅਸੀਂ ਸਾਇੰਸ ਦੇ ਵਿੱਚ ਕਿਤਾਬਾਂ 'ਚ ਪੜ੍ਹਿਆ ਵਾ, ਲੇਕਿਨ ਤੁਸੀਂ ਤੇ ਫੀਲਡ ਦੇ ਵਿੱਚ ਕੰਮ ਕਰਦੇ ਹੋ, ਚੀਜ਼ਾਂ ਦਾ ਪਤਾ ਤੁਹਾਨੂੰ ਕਿ ਕਿੰਨਾ ਅਹਿਮ ਆ। ਅਸੀਂ ਸਿਰਫ ਉੱਤੋਂ ਚੀਜ਼ਾਂ ਪਾਈ ਜਾਈਏ, ਥੱਲਿਓਂ ਬੀਜ ਲਗਾਈ ਜਾਈਏ, ਲੇਕਿਨ ਜਦੋਂ ਤੱਕ ਜ਼ਮੀਨ ਨੂੰ ਅਸੀਂ ਸਾਹ ਨਹੀਂ ਲਵਾਂਗੇ ਹਾਂ ਬਿਲਕੁਲ, ਉਹਨਾਂ ਚਿਰ ਅਸੀਂ ਜ਼ਮੀਨ ਦੀ ਤਾਕਤ ਮੇਰੇ ਖਿਆਲ 'ਚ ਬਹਾਲ ਨਹੀਂ ਕਰ ਸਕਦੇ। ਔਰ ਸਾਹ ਦੇਣ ਦੇ ਨਾਲ ਜੀ ਉਸ ਨੂੰ ਲਾਜ਼ਮੀ ਆ ਉਹਦੇ 'ਚ ਹਲ ਚਲਾਇਆ ਜਾਵੇ। ਜੀ ਜੀ ਇਹ ਨਹੀਂ ਖਾਲੀ ਛੱਡ ਦਿੱਤੀ ਔਰ ਰਫੜ ਉਹਦੀ ਕੋਈ ਤਬਦੀਲੀ ਨਹੀਂ ਆਊਗੀ, ਉਹ ਬੇਕਾਰ ਹੀ ਰਹੂਗੀ। ਜਦ ਵਿਹਲੀ ਆ ਅਸੀਂ 6 ਮਹੀਨੇ ਉਹਦੇ ਵਿੱਚ ਬਲਦਾਂ ਨਾਲ ਹਲ ਚਲਾਉਂਦੇ ਸੀਗੇ ਔਰ ਜਿਹਨੇ ਜਿਸ ਦਿਨ ਹਲ ਨਹੀਂ ਨਾ ਜੋੜਿਆ ਅਸੀਂ ਕਹਿੰਦੇ ਸੀ ਯਾਰ ਪੱਠੇ ਪਸ਼ੂ ਮੁਫਤ ਖਾ ਗਏ, ਨੁਕਸਾਨ ਹੋ ਗਿਆ। ਜਿੰਨੇ ਪੱਠੇ ਪਾਏ ਆ ਜਿੰਨੇ ਦੇ ਉਹਨਾਂ ਇਹਨਾਂ ਤੋਂ ਫਾਇਦਾ ਲਵੋ, ਬਕਾਇਦਗੀ ਨਾਲ ਹਲ ਚਲਾਉਂਦੇ ਸੀਗੇ। ਅੱਛਾ, ਇੱਕ ਕੋਈ ਵੀ ਬੰਦਾ ਜਿਹੜਾ ਘਰੋਂ ਕਮਾਉਣ ਵਾਸਤੇ ਨਿਕਲਦਾ ਹੈ, ਸਾਡੇ ਵਰਗਾ ਕੋਈ ਕਮਾਉਣ ਨਿਕਲੇ, ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ। ਤੇ ਇਦਾਂ ਹੀ ਜੇ ਕੋਈ ਕਿਸਾਨ ਹੈ, ਉਹ ਕੋਈ ਬੀਜ ਲੈਂਦਾ ਹੈ ਤੇ ਉਹਦੇ ਵੀ ਸਾਰੀ ਗੱਲ ਹੈ ਬੀਜ ਦੀ ਫਸਲ ਨੂੰ ਲੈ ਕੇ ਉਹਦੇ ਵੀ ਦਿਲ 'ਚ 100 ਚੀਜ਼ਾਂ ਹੁੰਦੀਆਂ ਨੇ। ਉਹਨੇ ਘਰ ਦੇ ਖਰਚੇ ਪੂਰੇ ਕਰਨੇ ਆ, ਕਿਸੇ ਨੇ ਆਪਣੇ ਧੀਆਂ ਪੁੱਤਰ ਦਾ ਵਿਆਹ ਕਰਨਾ ਹੁੰਦਾ ਤੇ ਇਦਾਂ ਦੇ ਹਾਲਾਤ ਦੇ ਵਿੱਚ ਖੁਦਾ ਨਾ ਖਾਸਤਾ ਜੇ ਬੀਜ ਸਹੀ ਤਰ੍ਹਾਂ ਨਾ ਉੱਗੇ ਜਾਂ ਕੋਈ ਕੁਦਰਤੀ ਆਫਤ ਆ ਜਾਵੇ ਤੇ ਉਹ ਸਾਰੀ ਗੱਲ ਹੈ ਇੱਕ ਘਰ ਦਾ ਸਰਕਲ ਵੀ ਡਿਸਟਰਬ ਹੁੰਦਾ ਤੇ ਨਾਲੇ ਉਸ ਬੰਦੇ ਦੇ ਆਪਣੇ ਅਰਮਾਨ ਵੀ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ। ਤੇ ਇੱਕ ਬੰਦੇ ਜਦੋਂ ਫਸਲ ਲਗਾ ਰਿਹਾ ਹੁੰਦਾ ਉਸ ਟਾਈਮ ਉਹਦੇ ਦਿਮਾਗ 'ਚ ਕੀ ਹੁੰਦਾ, ਆਪਣੇ ਘਰ ਨੂੰ ਲੈ ਕੇ, ਘਰ ਵਾਲਿਆਂ ਨੂੰ ਲੈ ਕੇ ਜਾਂ ਆਪਣੇ ਮੁਸਤਕਬਲ ਨੂੰ ਲੈ ਕੇ? ਉਹਦੀਆਂ ਸੋਚਾਂ ਇਹੋ ਹੀ ਹੁੰਦੀਆਂ। ਮੈਂ ਸਭ ਤੋਂ ਪਹਿਲੀ ਬਾਤ ਮੁਸ਼ੱਕਤ ਹੈ। ਇਨਸਾਨ ਸਹੂਲਤ ਪਸੰਦ ਹੈ। ਇਹ ਕਹਿੰਦਾ ਆਰਾਮ ਨਾਲ ਮੰਡੀ ਜਾਈ ਹੋਵੇ, ਹੁੱਕਾ ਚੱਲਦਾ ਹੋਵੇ ਤਾਂ ਪਿਆਰ ਆ, ਜੇ ਬੁੱਝ ਜਵੇ ਤਾਂ ਆਈ ਮੀਆਂ ਧਰ ਕੇ ਦੇਵੇ, ਮੈਨੂੰ ਉੱਠਣਾ ਨਾ ਪਵੇ। ਸਹੀ ਹੋ ਗਿਆ। ਲੇਕਿਨ ਇਨਸਾਨ ਦੀਆਂ ਜ਼ਰੂਰਤਾਂ ਇਨਸਾਨ ਦੇ ਨਾਲ ਰੱਬ ਨੇ ਲਾਈਆਂ, ਉਹਨਾਂ ਦੇ ਤਹਿਤ ਇਹਨੂੰ ਉੱਠਣਾ ਪੈਂਦਾ। ਨਾ ਉੱਠੇ ਤੇ ਫਿਰ ਬੈਠਿਆ ਹੀ ਰਹਿ ਜਾਂਦਾ। ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਅੱਛੀ ਤੇ ਅੱਛੀ ਸੋਚ ਜਿਹੜੀ ਹੈ, ਸੋਚ ਹੈਗੀ ਇਨਸਾਨ ਨੂੰ ਅੱਲਾ ਦੀ ਦਿੱਤੀ ਹੋਈ, ਸਾਰਿਆਂ 'ਚ ਇੱਕੋ ਜਿਹੀ ਨਹੀਂ ਹੁੰਦੀ। ਬਿਲਕੁਲ।
ਜੇ ਸਾਡੇ ਜੇ ਵੀ ਕਿਸੇ ਨੂੰ ਸੋਚ ਵੱਧ ਹੁੰਦੀ ਤਾਂ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਕੋਈ ਨਹੀਂ ਸੀ, ਅਸੀਂ ਆਪੇ ਇਸਤੇਮਾਲ ਕਰ ਲੈਂਦੇ। ਸਾਨੂੰ ਤੁਹਾਡੀ ਸੋਚ, ਤੁਹਾਡੀ ਸਮਝ, ਤੁਹਾਡੀ ਅਕਲ, ਤੁਹਾਡੇ ਇਲਮ ਦੀ ਜ਼ਰੂਰਤ ਹੈ, ਤਾਂ ਹੀ ਤੁਹਾਨੂੰ ਮੇਜ਼ ਕੁਰਸੀਆਂ ਲਾ ਕੇ ਦਿੱਤੇ ਆਓ ਜੀ, ਸਾਨੂੰ ਕੁਝ ਸਾਡੇ ਪੱਲੇ ਪਾ ਜਾਓ। ਅਸੀਂ ਇੰਨਾ ਕੁ ਜਾਣਦੇ ਹਾਂ, ਮਿਹਨਤ ਕਰਨਾ ਔਰ ਸੋਚਣਾ ਵੀ ਮੈਂ ਆਪਣੇ ਬੱਚਿਆਂ ਲਈ ਕੀ ਕਰਨਾ ਹੈ। ਲਾਪਰਵਾਹ ਦਿਮਾਗ ਨਹੀਂ ਹੈ। ਅਸੀਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਾਂ, ਠੰਡੀਆਂ ਰਾਤਾਂ ਦੇ ਵਿੱਚ ਪਾਣੀ ਲਾਉਂਦੇ ਹਾਂ, ਇਸੇ ਵਾਸਤੇ ਵੀ ਰੱਬ ਪੈਦਾਵਾਰ ਦੇਵੇ, ਅਸੀਂ ਆਪਣੇ ਬੱਚਿਆਂ ਨੂੰ ਅੱਛੀ ਤੋਂ ਅੱਛੀ ਸਹੂਲਤਾਂ ਦੇ ਸਕੀਏ। ਇਸ ਦੇ ਬਾਵਜੂਦ ਖੁਦਾ ਨਖਾਸਤਾ ਤੁਹਾਡੇ ਬੀਜਾਂ 'ਚ ਕੋਈ ਨਕਸ ਆ ਜਾਵੇ, ਤੁਹਾਡੀਆਂ ਖਾਦਾਂ ਦੇ ਵਿੱਚ ਨਕਸ ਆ ਜਾਂਦੇ। ਅੱਜ ਕੱਲ੍ਹ ਜਿਵੇਂ ਕਹਿੰਦੇ 2 ਨੰਬਰ ਵੀ ਸ਼ੈਆਂ ਆ ਜਾਂਦੀਆਂ, ਤੁਸੀਂ 1 ਨੰਬਰ ਭੇਜਦੇ ਆ, ਵਿੱਚ ਤੀਸਰਾ ਜਿਹੜਾ ਸ਼ਾਮਲ ਹੁੰਦਾ ਮੀਆਂ ਵਰਗੇ ਦੁਕਾਨਦਾਰ ਇਹ ਵਿੱਚ ਕਲਮਾਲ ਕਰ ਜਾਂਦੇ ਆ। ਫਿਰ ਅਸੀਂ ਤਾਂ ਤੁਹਾਨੂੰ ਹੀ ਆਰੰਭਾ ਦੇਣਾ, ਇਹਨਾਂ ਦਾ ਨਹੀਂ ਦੇਣਾ। ਸਹੀ ਹੋ ਗਿਆ। ਕਿਉਂ ਇਹ ਕੋਲੇ ਬੈਠਾ ਸਾਨੂੰ ਘੂਰਨ ਲੱਗ ਜਾਂਦਾ, ਇਹ ਤਗੜਾ ਸਾਹ ਨਰਗਾ ਆਰੰਭਾ ਕੰਪਨੀ ਨੂੰ ਜਾਣਾ। ਠੀਕ ਹੋ ਗਿਆ। ਇਹਨਾਂ ਦੀ ਦਰੁਸਤੀ ਤੁਸੀਂ ਕਰਨੀ ਹੈ, ਅਸੀਂ ਮਿਹਨਤ ਕਰਾਂਗੇ। ਸਾਡੀ ਮਿਹਨਤ ਸ਼ੱਕ ਹੋਵੇ ਤਾਂ ਸਾਨੂੰ ਬਸ਼ੱਕ ਦੀ ਪਾਕਿਸਤਾਨੋਂ ਕੱਢ ਦਿਓ। ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਕਿਸਾਨ ਜਿਹੜਾ ਹੈ ਸਾਡਾ ਮਿਹਨਤ ਤੋਂ ਨਹੀਂ ਕਤਰਾਂਦਾ। ਜੇ ਕੋਈ ਕਿਤੇ ਮਸਲਾ ਆਂਦਾ ਹੈ ਤੇ ਜਾਂ ਬੀਜ ਦਾ ਹੋ ਸਕਦਾ ਹੈ ਜਾਂ ਮੌਸਮੀ ਹਾਲਾਤ ਦਾ ਹੋ ਸਕਦਾ ਹੈ। ਸਾਗ ਤੇ ਮੱਕੀ ਦੀ ਰੋਟੀ, ਮਾਂ ਦੇ ਹੱਥ ਦੀ ਸੌਗਾਤ, ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜੀ ਹੈ ਇਸ ਪਿੰਡ ਦੀ ਯਾਦ। ਮਾਸ਼ਾਅੱਲਾ, ਮੇਰਾ ਨਾਮ ਮੁਹੰਮਦ ਉਮੈਰ ਹੈ ਤੇ ਮੈਂ ਇੱਕ ਸੀਡ ਸਾਇੰਟਿਸਟ ਹਾਂ। ਮੈਂ ਅੱਜ ਇਸ ਪਿੰਡ ਦੀ ਬੈਠਕ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਜਾਨੀ ਭਾਈ ਸਾਡੇ ਮੌਜੂਦ ਨੇ, ਜੋ ਕਿ ਬੰਦ ਗੋਭੀ ਲਾਉਣ ਦੇ ਵਿੱਚ ਪੂਰੇ ਮਾਸ਼ਾਅੱਲਾ ਫੈਸਲਾਬਾਦ ਦੇ ਵਿੱਚ ਜਾਣੇ ਜਾਂਦੇ ਨੇ। ਇਹਨਾਂ ਕੋਲੋਂ ਅੱਜ ਮੈਂ ਇੱਕ ਐਸਾ ਸਵਾਲ ਪੁੱਛਾਂਗਾ ਕਿ ਜੋ ਦੂਸਰੇ ਮੇਰੇ ਕਿਸਾਨ ਭਾਈ ਬੰਦ ਗੋਭੀ ਲਾਉਂਦੇ ਨੇ, ਅੱਜ ਇਹ ਗੱਲ ਸੁਣਨ ਤੋਂ ਬਾਅਦ ਉਹ ਕਦੀ ਨੁਕਸਾਨ ਦੇ ਵਿੱਚ ਨਹੀਂ ਜਾਣਗੇ। ਜੀ ਜਾਨੀ ਭਾਈ, ਤੁਸੀਂ ਇਹ ਦੱਸੋ ਕਿ ਲੋਕ ਬੜੇ ਪਰੇਸ਼ਾਨ ਹੋ ਜਾਂਦੇ ਨੇ, ਉਹਨਾਂ ਦੀ ਬੰਦ ਗੋਭੀ ਜਿਹੜੀ ਹੈ ਸਾਈਜ਼ ਵੱਡਾ ਕਰ ਜਾਂਦੀ ਹੈ, ਠੋਸਪਨ ਆਪਣਾ ਛੱਡ ਜਾਂਦੀ ਹੈ ਕਈ ਵਾਰੀ, ਤੇ ਕਈ ਵਾਰੀ ਮਾਰਕੀਟ ਦੇ ਵਿੱਚ ਰੇਟ ਨਹੀਂ ਵੀ ਹੁੰਦਾ ਤੇ ਉਹਨਾਂ ਨੇ ਰੋਕਣੀ ਹੁੰਦੀ। ਉਹਦੇ ਵਾਸਤੇ ਉਹ ਐਸਾ ਕੀ ਕਰਨ ਕਿ ਉਹਨਾਂ ਦੀ ਬੰਦ ਗੋਭੀ ਉਹਨਾਂ ਨੂੰ ਫਾਇਦਾ ਦੇ ਕੇ ਜਾਵੇ? ਦੇਖੋ ਜੀ ਜੋ ਦੋਸਤੋ, ਗੱਲ ਇਹ ਆ, ਬੰਦ ਗੋਭੀ ਦਾ ਜਿਹੜਾ ਸਾਈਜ਼ ਵੱਡਾ ਹੋ ਜਾਣਾ ਜਾਂ ਛੋਟਾ ਹੋ ਜਾਣਾ, ਕੁਛ ਤਾਂ ਬੀਆਂ ਦੇ ਵਿੱਚ ਹੁੰਦਾ ਵਾ, ਵੱਡੀਆਂ ਵੈਰਾਈਟੀਆਂ ਹੁੰਦੀਆਂ ਵਾ, ਉਹ ਸਾਈਜ਼ ਵੱਡਾ ਕਰ ਜਾਂਦੀਆਂ। ਕੁਝ ਜ਼ਿਮੀਂਦਾਰ ਖਾਦਾਂ ਦਵਾਈਆਂ ਪਾ ਕੇ ਉਹਦਾ ਸਾਈਜ਼ ਵੱਡਾ ਕਰ ਦਿੰਦੇ ਆ, ਠੀਕ ਹੈ। ਉਹਦੀ ਵਜ੍ਹਾ ਨਾਲ ਵੀ ਸਾਈਜ਼ ਵੱਡਾ ਹੋ ਜਾਂਦਾ ਵਾ। ਕੁਝ ਜ਼ਿਮੀਂਦਾਰ ਜਿਹੜੇ ਸਮਝਦਾਰ ਜ਼ਿਮੀਂਦਾਰ ਆ ਨਾ, ਉਹ ਦੇਖਦੇ ਵੀ ਸਾਡੀ ਫਸਲ ਦੀ ਬੜੋਤਰੀ ਕਿੱਦਾਂ ਦੀ ਆ, ਉਹਦੇ ਮੁਤਾਬਕ ਉਹ ਖਾਦ ਪਾਣੀ ਨੂੰ ਉਸ ਹਿਸਾਬ ਨਾਲ ਉਸ ਲੈਵਲ ਦੇ ਵਿੱਚ ਰੱਖਦੇ ਆ ਵੀ ਜੇ ਸਾਡੀ ਫਸਲ ਵੱਡਾ ਫੁੱਲ ਕਰਦੀ ਜਾਂਦੀ ਆ ਤਾਂ ਉਹਨੂੰ ਰੋਕ ਲੈਂਦੇ ਆ। ਉਹ ਜ਼ਿਮੀਂਦਾਰ ਰੇਟ ਦੇਖਦੇ ਆ ਵੀ ਰੇਟ ਜ਼ਿਆਦਾ ਵਾਧਾ ਇਹਨੂੰ ਤਿਆਰ ਕਰ ਲਈਏ, ਉਹ ਤਿਆਰ ਕਰਦੇ ਕਰਦੇ ਵੱਡੀ ਬਹੁਤੀ ਵੀ ਕਰ ਲੈਂਦੇ ਆ। ਕੁਝ ਮਾਰਕੀਟ ਦੇ ਵਿੱਚ ਵੈਰਾਈਟੀਆਂ ਇਦਾਂ ਦੀਆਂ ਵਾ ਜਿਹੜੀਆਂ ਛੋਟੇ ਸਾਈਜ਼ ਦੀਆਂ ਵੀ ਵੈਰਾਈਟੀਆਂ ਹੈਗੀਆਂ ਵਾ, ਉਹ ਵੀ ਬੰਦੇ ਲਾ ਲੈਂਦੇ ਆ, ਉਹਦੇ ਨਾਲ ਵੀ ਮਤਲਬ ਪੈਸੇ ਚੰਗੇ ਕਮਾ ਲੈਂਦੇ ਆ ਅਗਰ ਉਹ ਵੈਰਾਈਟੀਆਂ ਸਹੀ ਤਰ੍ਹਾਂ ਨਿਕਲ ਆਉਣ। ਵਿੱਚ ਕੁਝ ਵੈਰਾਈਟੀਆਂ ਨਹੀਂ ਵੀ ਸਹੀ ਨਿਕਲਦੀਆਂ ਹੈਗੀਆਂ, ਉਹ ਕਈ ਦਫਾ ਬੰਦੇ ਤਜਰਬੇ ਕਰਦੇ ਉਹ ਫਿਰ ਦੇਖਦੇ ਰਹਿੰਦੇ ਆ ਵੀ ਹੁਣ ਆਹ ਲਾਈਏ ਇਸ ਦਫਾ ਆਹ ਵੈਰਾਈਟੀ ਲਾਈਏ। ਉਹ ਲਾਉਂਦੇ ਨਾ ਕਈ ਵਾਰੀ ਚੰਗੀਆਂ ਵੈਰਾਈਟੀਆਂ ਵੀ ਉਹ ਮਾੜੀਆਂ ਕਰ ਲੈਂਦੇ ਆ, ਕਈ ਵਾਰੀ ਮਾੜੀਆਂ ਨੂੰ ਵੀ ਚੰਗੀਆਂ ਕਰ ਲੈਂਦੇ ਆ। ਉਹਦੇ ਮੁਤਾਬਕ ਨਾ ਕੁਝ ਜ਼ਿਮੀਂਦਾਰਾਂ ਨੂੰ ਵੀ ਸੋਚਣਾ ਚਾਹੀਦਾ ਵਾ ਵੀ ਜਿੱਦਾਂ ਦੀ ਫਸਲ ਹੋਵੇ ਉਹਨੂੰ ਉਦਾਂ ਦੀ ਖਾਦ ਪਾਣੀ ਦਿੱਤੇ ਜਾਣ। ਮਤਲਬ ਤੁਹਾਡਾ ਕਹਿਣ ਦਾ ਇਹ ਵੇ ਕਿ ਜਦੋਂ ਪਾਣੀ ਰੋਕੋਗੇ, ਖਾਦ ਰੋਕੋਗੇ ਤੇ ਉਹ ਆਪਣਾ ਸਾਈਜ਼ ਛੋਟਾ ਹੀ ਰੱਖੇਗੀ ਤੇ ਦੇਰ ਤੱਕ ਉਹ ਰੁਕੀ ਵੀ ਰਹੇਗੀ। ਹਾਂਜੀ, ਦੇਰ ਤੱਕ ਰੁਕੀ ਵੀ ਰਹਿੰਦੀ ਆ। ਉਹ ਬਾਜੇ ਬਹੁਤੀਆਂ ਖਾਦਾਂ ਪਾ ਕੇ ਨਾ ਉਹਨਾਂ ਨੂੰ ਫਿਰ ਖਰਾਬ ਕਰ ਲੈਂਦੇ ਆ, ਵੱਡੇ ਸਾਈਜ਼ ਕਰ ਲੈਂਦੇ ਆ। ਨਾਜ਼ਰੀਨ, ਇਹ ਇਹਨਾਂ ਦੀ ਇੱਕ ਸਾਇੰਸ ਹੈ ਜਿਹਦੀ ਵਜ੍ਹਾ ਤੋਂ ਇਹ ਬੰਦ ਗੋਭੀ ਦਾ ਸਾਈਜ਼ ਕੰਟਰੋਲ ਕਰਦੇ ਨੇ। ਅੱਛਾ, ਮੈਂ ਸ਼ੁਰੂ ਦੇ ਵਿੱਚ ਨਾ ਇੱਕ ਸ਼ੇਰ ਬੋਲਿਆ ਸੀ, ਹਾਂਜੀ, ਇਹ ਵੀ ਦੱਸੋ ਕਿ ਕਦੀ ਘਰ ਦੇ ਵਿੱਚ ਸਾਗ ਪਕਾਇਆ? ਸਾਗ ਤਾਂ ਹਰ ਰੋਜ਼ ਹੀ ਪੱਕਦਾ ਜੀ ਸਿਆਲ ਦੇ ਵਿੱਚ। ਅੱਛਾ, ਮਾਸ਼ਾਅੱਲਾ। ਇਹ ਜਿਹੜੇ ਸ਼ਹਿਰੀ ਬੰਦੇ ਨੇ ਜਿੰਨੇ ਸਾਰੇ, ਇਹਨਾਂ ਨੂੰ ਕਦੀ ਖਾਣ ਨੂੰ ਲੱਭਦਾ ਹੈ। ਅੱਛਾ, ਤੇ ਸਵਾਦੀ ਸਾਗ ਬਣਾਉਣ ਵਾਸਤੇ ਵੀ ਕੋਈ ਗੱਲ ਦੱਸ ਦਿਓ। ਸੁਆਦੀ ਸਾਗ ਦਾ ਕੀ ਬਣਾਉਣਾ ਜੀ? ਸਾਗ ਨੂੰ ਪਕਾਵੋ, ਸਰੋਂ ਦਾ ਸਾਗ, ਅੱਗ ਥੱਲੇ ਜਾਲੀ ਜਾਵੋ, ਜਦੋਂ ਐਨ 4-5 ਘੰਟਿਆਂ ਤੋਂ ਬਾਅਦ ਉਹ ਐਨ ਘੁਲ ਜਾਵੇ, ਜਦੋਂ ਘੁਲ ਜੇ ਸਵਾਰ ਕੇ ਫਿਰ ਬੁੱਢੀਆਂ ਹੀ ਆਲਣ ਛੱਲਣ ਲਾ ਲੂ ਕੇ ਉਹਨੂੰ ਸਵਾਦ ਦਾ ਬਣਾਉਂਦੀਆਂ। ਬੰਦਿਆਂ ਤੋਂ ਤਾਂ ਬਣਦਾ ਹੀ ਨਹੀਂ ਹੈਗਾ। ਇਹ ਕੰਮ ਬੁੱਢੀਆਂ ਦੇ ਆ, ਬੰਦਿਆਂ ਦੇ ਕੰਮ ਨਹੀਂ ਹੈਗੇ। ਜਿਨ੍ਹਾਂ ਦੀਆਂ ਬੁੱਢੀਆਂ ਚੰਗੀਆਂ ਵਾ ਉਹ ਸਾਗ ਵੀ ਚੰਗੇ ਬਣਾ ਲੈਂਦੀਆਂ ਵਾ, ਜਿਨ੍ਹਾਂ ਦੀਆਂ ਬੁੱਢੀਆਂ ਨਹੀਂ ਚੰਗੀਆਂ ਹੈਗੀਆਂ ਉਹ ਤਾਂ ਸਾਗ ਵੀ ਨਹੀਂ ਚੰਗਾ ਬਣਦਾ ਹੈਗਾ। ਅੱਛਾ, ਮਤਲਬ ਤੁਹਾਡਾ ਕਹਿਣ ਦਾ ਇਹ ਵੇ ਕਿ ਜੇ ਚੰਗਾ ਸਾਗ ਖਾਣਾ ਹੈ ਤੇ ਚੰਗੀ ਬੁੱਢੀ ਵੀ ਲੈ ਕੇ ਬੁੱਢੀ ਚੰਗੀ ਲਿਆਉਣੀ ਚਾਹੀਦੀ ਆ।
ਜੇ ਬੰਦ ਗੋਭੀ ਚੰਗੀ ਲਾਉਣੀ ਆ ਉਹ ਵੀ ਚੰਗੀ ਲਿਆਉਣੀ ਚਾਹੀਦੀ ਆ, ਉਹ ਵੀ ਮਾੜੀ ਨਹੀਂ ਲਿਆਉਣੀ ਚਾਹੀਦੀ ਠੀਕ ਹੋ ਗਿਆ ਹੈਗੀ। ਜੀ, ਠੀਕ। ਹਾਂ, ਉਹ ਵੀ ਵੈਰਾਈਟੀ ਚੰਗੀ ਲੱਭ ਕੇ ਲਿਆਉਣੀ ਚਾਹੀਦੀ ਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜਾਨੀ ਭਾਈ, ਮਾਸ਼ਾਅੱਲਾ ਤੁਹਾਡੇ ਨਾਲ ਅੱਜ ਮਿਲ ਕੇ ਬੜਾ ਚੰਗਾ ਲੱਗਾ। अस्सलाम वालेकुम। मैं भी हाँ एक साइंसदान ते मेरे नाल ਜਿਹੜੇ ਭਾਈ ਮੌਜੂਦ ਨੇ, ਇਸ ਪਿੰਡ ਦੇ ਡਾਕਟਰ ਕਲਾਏ ਜਾਂਦੇ ਨੇ ਤੇ ਅਸੀਂ ਤੇ ਸਾਇੰਸਦਾਨ ਬਣੇ, ਡਿਗਰੀਆਂ ਲੈ ਕੇ 17 18 ਸਾਲ ਪੜ੍ਹ ਕੇ। ਤੇ ਤੁਸੀਂ ਕਿਵੇਂ ਡਾਕਟਰ ਬਣ ਗਏ ਹੋ ਸਰ? ਭਾਈ ਯਾਰ ਮੈਂ ਇੱਥੇ ਪਿੰਡ ਦੇ ਵਿੱਚ ਨਾ ਇੱਕ ਕਲੀਨਿਕ ਹੈ ਛੋਟਾ, ਅੱਛਾ, ਠੀਕ ਹੈ ਨਾ, ਉਹਦੇ ਵਿੱਚ ਮੈਂ ਆਪਣਾ ਕੰਮ ਕਰਦਾ, ਲੇਕਿਨ ਉਹਦੇ ਨਾਲ ਨਾਲ ਮੈਂ ਜ਼ਿਮੀਂਦਾਰਾ ਵੀ ਕਰਦਾ ਤੇ ਇਸ ਵਾਸਤੇ ਲੋਕ ਮੈਨੂੰ ਡਾਕਟਰ ਵੀ ਕਹਿੰਦੇ ਆ। ਨਹੀਂ ਹੁਣ ਤੁਸੀਂ ਇਹ ਗੱਲ ਦੱਸੋ ਬਈ ਤੁਸੀਂ ਕਲੀਨਿਕ ਦੇ ਡਾਕਟਰ ਹੋ ਜਾਂ ਜ਼ਮੀਨਾਂ ਦੇ ਡਾਕਟਰ? ਦੋਨਾਂ ਦੇ ਡਾਕਟਰ ਆ ਨਹੀਂ, ਇੱਕ ਸਾਈਡ ਤੇ ਰਹੋ, ਫਿਰ ਉਹ ਡਾਕਟਰ ਨਹੀਂ ਹੁੰਦਾ। ਜੀ, ਦੋਨਾਂ ਦਾ ਹੀ ਹੈ ਜੀ। ਅੱਛਾ, 2 ਡਿਗਰੀਆਂ ਲੈ ਗਿਆ। 2 ਡਿਗਰੀਆਂ ਨੇ, ਫਿਰ ਦੋਵਾਂ ਵਾਲੀ ਸੈੱਟ ਹੋ। ਹਾਂਜੀ ਅੱਛਾ ਜੀ, ਮੈਨੂੰ ਜਾਣ ਕੇ ਖੁਸ਼ੀ ਹੋਈ ਤੁਹਾਡੀ ਕਾਬਲੀਅਤ ਦੀ ਕਿ ਤੁਸੀਂ ਦੋਵਾਂ ਚੀਜ਼ਾਂ ਦੇ ਡਾਕਟਰ ਹੋ। ਜੀ। ਤੇ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜਾ ਐਸਾ ਕਾਰਨਾਮਾ ਕੀਤਾ ਜ਼ਮੀਨ ਦੇ ਵਿੱਚ ਕਿ ਤੁਹਾਨੂੰ ਜ਼ਮੀਨਾਂ ਦਾ ਡਾਕਟਰ ਵੀ ਕਿਹਾ ਜਾ ਰਿਹਾ? ਮੈਂ 30,000 ਰੁਪਏ ਜੇ ਏਕੜ ਗੋਭੀ ਜਿਹੜੀ ਪਾਲੀ ਹੋਈ ਹੈ, 30,000 ਰੁਪਏ ਦੇ ਵਿੱਚ ਇਹ ਇੱਕ ਸੀਜ਼ਨ ਜਾਂ ਹਰ ਸੀਜ਼ਨ ਦੇ ਵਿੱਚ? ਇਸ ਸੀਜ਼ਨ ਦੇ ਵਿੱਚ। ਅੱਛਾ, ਤੇ ਇਹਦੀ ਵਜ੍ਹਾ ਤੋਂ ਤੁਹਾਨੂੰ ਇਹ ਮਿਲਿਆ ਡਾਕਟਰ? ਠੀਕ, ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਮੇਰਾ ਇੱਕ ਹੋਰ ਸਵਾਲ ਹੈ ਜੀ। ਸਾਨੂੰ ਕਿਹਾ ਜਾਂਦਾ ਜੀ ਅਸੀਂ ਛੋਟੇ ਸਾਇੰਸਦਾਨ ਆ ਜਿਹੜੇ ਪੜ੍ਹ ਕੇ ਆਏ ਆ, ਤੇ ਤੁਸੀਂ ਵੱਡੇ ਸਾਇੰਸਦਾਨ ਹੋ ਜ਼ਮੀਨਾਂ ਵਾਲੇ, ਤੇ ਇਹਦੇ ਵਿੱਚ ਕੀ ਫਰਕ ਆ? ਕਿਉਂ ਤੁਸੀਂ ਸਾਨੂੰ ਛੋਟਾ ਸਾਇੰਸਦਾਨ ਕਹਿੰਦੇ ਹੋ ਜਦੋਂ ਕਿ ਤੁਸੀਂ ਗੱਲਾਂ ਵੀ ਸਾਡੀ ਮੰਨਦੇ ਹੋ, ਖਾਦਾਂ ਨਵੀਂ ਸਪਰੇਆਂ ਵੀ ਅੱਜ ਕੱਲ੍ਹ ਪਾ ਰਹੇ ਹੋ, ਨਵੇਂ ਤਰੀਕੇ ਵੀ ਅਜ਼ਮਾ ਰਹੇ ਹੋ, ਤੇ ਫਿਰ ਕਿਸ ਤਰ੍ਹਾਂ ਤੁਸੀਂ ਵੱਡੇ ਹੋ ਤੇ ਅਸੀਂ ਛੋਟੇ ਆ? ਨਹੀਂ ਜੀ, ਇਹ ਹਰ ਬੰਦੇ ਦੀ ਆਪਣੀ ਆਪਣੀ ਸੋਚ ਆ, ਠੀਕ ਹੈ ਨਾ ਜੀ। ਕੋਈ ਵੀ ਵੱਡਾ ਨਹੀਂ, ਕੋਈ ਨਹੀਂ ਛੋਟਾ ਨਹੀਂ, ਸਾਰੇ ਬਰਾਬਰ ਆ। ਲੇਕਿਨ ਜਿਹੜਾ ਇਲਮ ਆ ਨਾ ਜੀ, ਇਹ ਜਿਹੜਾ ਵੱਧ ਜਾਂਦਾ, ਠੀਕ ਹੈ ਨਾ ਜੀ। ਐਡਵਾਂਸ ਚੀਜ਼ ਹੁੰਦੀ ਆ, ਹਰ ਚੀਜ਼ ਜਿਹੜੀ ਆ ਵਕਤ ਦੇ ਨਾਲ ਨਾਲ ਤਬਦੀਲ ਹੁੰਦੀ ਆ। ਸਾਡੇ ਜ਼ਿਮੀਂਦਾਰਾਂ ਦੀ ਸੋਚ ਵੀ ਜਿਹੜੀ ਉੱਥੇ ਅਟਕੀ ਹੋਈ ਆ ਵੀ ਅਸੀਂ ਜਿਹੜਾ ਨਾ ਵੀ ਉਹੀ ਪੁਰਾਣੇ 40 ਸਾਲ ਪੁਰਾਣੇ ਪਿੱਛੇ ਕੰਮ ਕਰੀ ਜਾਣੇ ਆ। ਲੇਕਿਨ ਹੁਣ ਜਿਹੜੀ ਐਡਵਾਂਸ ਟੈਕਨੋਲੋਜੀ ਆ ਨਾ, ਉਹ ਜਿਹੜੀ ਆ ਹਰ ਜ਼ਿਮੀਂਦਾਰ ਨੂੰ ਅਪਣਾਉਣੀ ਚਾਹੀਦੀ ਹੈ। ਨਾਜ਼ਰੀਨ, ਡਾਕਟਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਲੇਕਿਨ ਇਹੋ ਜਿਹੇ ਬਹੁਤ ਘੱਟ ਨੇ। ਸਾਡੇ ਨਾਲ ਨੇ ਸਾਡੇ ਭਾਈ ਨੇ, ਸਾਡੇ ਡਾਕਟਰ, ਜਿਹੜੇ ਤੁਹਾਨੂੰ ਦੱਸਣਗੇ ਅੱਜ ਕਿ ਬੰਦ ਗੋਭੀ ਤੇ ਭਿੰਡੀ ਦੇ ਵਿੱਚ ਮੁਨਾਫਾ ਕਿਵੇਂ ਲੈਣਾ ਹੈ। ਆਓ ਸਾਡੇ ਭਾਈ ਨਾਲ ਗੱਲ ਕਰੀਏ, ਜਿਹੜੇ ਤੁਹਾਨੂੰ ਦੱਸਣਗੇ ਕਿ ਬੰਦ ਗੋਭੀ ਤੇ ਭਿੰਡੀ ਦੇ ਵਿੱਚ ਕਿਸ ਚੀਜ਼ ਦੇ ਵਿੱਚ ਤੁਸੀਂ ਗੌਰ ਕਰਨਾ ਹੈ ਤੇ ਕਿਸ ਤਰ੍ਹਾਂ ਇੱਕ ਫਸਲ ਨੂੰ ਮੁਨਾਫਾ ਬਖਸ਼ ਬਣਾਉਣਾ ਹੈ। ਜੀ ਸਰ। ਜੀ ਭਾਈ ਜਾਨ, ਕੋਈ ਵੀ ਫਸਲ ਹੈ ਨਾ, ਖਾਸ ਕਰ ਬੰਦ ਗੋਭੀ ਲੈ ਲਓ, ਅੱਛਾ ਬੀਜ ਜਿਹੜਾ ਮੈਟਰ ਕਰਦਾ, ਠੀਕ ਹੈ ਨਾ। ਅੱਛਾ ਬੀਜ ਲਓਗੇ, ਅੱਛੀ ਜ਼ਮੀਨ ਤਿਆਰ ਕਰਕੇ ਉਹਦੇ ਵਿੱਚ ਉਹਨੂੰ ਲਗਾਓਗੇ, ਅੱਛੀ ਪੈਦਾਵਾਰ ਹੋਗੀ ਔਰ ਅੱਛੀ ਤਰੀਕੇ ਨਾਲ ਉਹਦੀ ਦੇਖਭਾਲ ਕਰੋਗੇ, ਠੀਕ ਹੈ ਨਾ। ਉਹਦੇ ਵਾਸਤੇ ਥੋੜੇ ਜਿਹੇ ਲਵਾਜ਼ਮਾਤ ਹੁੰਦੇ ਆ ਵੀ ਖਾਦ ਆ ਜਿਹੜਾ ਵਾ ਉਹ ਸਿਲੈਕਸ਼ਨ ਕਿੱਦਾਂ ਕਰਨੀ ਹੈ, ਠੀਕ ਹੈ ਜੀ। ਨਵੀਆਂ ਹੁਣ ਨਵੀਂ ਐਡਵਾਂਸ ਖਾਦਾਂ ਆ ਗਈਆਂ, ਐਡਵਾਂਸ ਬੀਜ ਆ ਗਏ। ਅੱਛੇ ਬੀਜ ਜਿਹੜਾ ਵਾ ਸਭ ਤੋਂ ਬੁਨਿਆਦੀ ਚੀਜ਼ ਜਿਹੜੀ ਅੱਛਾ ਬੀਜ ਹੈ। ਅੱਛਾ ਬੀਜ ਹੋਏਗਾ ਤੇ ਤੁਸੀਂ ਉਸ ਤੋਂ ਪੈਸਾ ਵੀ ਲੈ ਸਕਦੇ ਹੋ, ਨਫਾ ਵੀ ਲੈ ਸਕਦੇ ਹੋ, ਤੇ ਇਨਪੁਟ ਆਊਟਪੁਟ ਉਹਦੀ ਵਜ੍ਹਾ ਹੀ ਆਏਗੀ। ਅੱਛਾ ਬੀਜ ਜਿਹੜਾ ਸਭ ਤੋਂ ਜ਼ਿਆਦਾ ਮੈਟਰ ਕਰਦਾ। ਤੇ ਸਾਡੇ ਸਾਰੇ ਕਿਸਾਨ ਭਾਈ ਦੀ ਕੋਸ਼ਿਸ਼ ਇੱਕ ਇਹੀ ਹੁੰਦੀ ਹੈ ਕਿ ਜਿਹੜਾ ਬੀਜ ਲਵੇ, ਜਿਹਦੇ ਪੈਸੇ ਦੇ ਰਿਹਾ ਉਹ ਅੱਛਾ ਹੀ ਹੋਵੇ। ਹਰ ਕੋਈ ਕਿਸਾਨ ਖਾਦ ਵੀ ਪਾਉਂਦਾ ਹੈ, ਹਰ ਕੋਈ ਕਿਸਾਨ ਜ਼ਮੀਨ ਵੀ ਪਾਉਂਦਾ ਹੈ, ਲੇਕਿਨ ਮੁਨਾਫਾ ਹਰ ਕਿਸੇ ਨੂੰ ਬਰਾਬਰ ਨਹੀਂ ਹੁੰਦਾ। ਇਹਦੀ ਕੀ ਵਜ੍ਹਾ ਹੈ ਤੇ ਕਿਸ ਤਰ੍ਹਾਂ ਇਹ ਮੁਨਾਫੇ ਨੂੰ ਬਰਾਬਰ ਕੀਤਾ ਜਾਏ? ਦੇਖੋ ਜੀ, ਨਫਾ ਜਾਂ ਨੁਕਸਾਨ ਇਹ ਹੈ ਹੁਣ ਕੁਦਰਤੀ ਮੈਟਰ, ਇਹਦੇ ਵਿੱਚ ਬੀਜ ਦਾ ਕੋਈ ਨਹੀਂ ਹੈ। ਬੀਜ ਦਾ ਹੁੰਦਾ ਮਕਸਦ ਇਹ ਹੈ ਵੀ ਲੱਗ ਗਿਆ ਅੱਛਾ, ਫਸਲ ਅੱਛੀ ਹੋਣੀ ਚਾਹੀਦੀ ਹੈ। ਜਿਹੜਾ ਨਫਾ ਵਾ ਇਹ ਆ ਜੀ ਅੱਲਾਹ ਪਾਕ ਦੀ ਦੇਣ, ਠੀਕ ਹੈ ਜੀ। ਮਾਰਕੀਟ ਵੈਲਿਊ ਜਿਹੜੀ ਆ ਇਹ ਮੈਟਰ ਕਰਦੀ ਹੁੰਦੀ ਆ ਨਫੇ ਦੇ ਨਾਲ। ਬਕਾਇਆ ਜੇ ਬੀਜ ਦਾ ਹੋਣਾ ਅੱਛਾ ਜ਼ਰੂਰੀ ਆ ਵੀ ਤੁਹਾਡੀ ਫਸਲ ਨਜ਼ਰ ਆਵੇ ਵੀ ਹਾਂ ਅੱਛੀ ਹੈ ਆ। ਬਕਾਇਆ ਜੀ ਹੁਣ ਮਾਰਕੀਟ ਆ ਉਹ ਤਾਂ ਹੁਣ ਜੀ ਗੌਰਮੈਂਟਾਂ ਦੇ ਕੰਮ ਆ, ਇਹਦੇ ਵਿੱਚ ਜ਼ਿਮੀਂਦਾਰ ਦਾ ਜਾਂ ਮਾਲਕ ਬੀਜ ਜਿਹੜਾ ਭੇਜਦਾ ਉਹਦਾ ਤਾਂ ਕੋਈ ਦੋਸ਼ ਹੀ ਹੈ ਨਹੀਂ। ਇੱਕ ਵੈਰਾਈਟੀ ਦੇ ਵਿੱਚ ਇੱਕ ਬੀਜ ਮੈਂ ਲੈ ਲਿਆ, ਉਹਨੂੰ ਮੈਂ ਉਗਾਓ ਦੀ ਹੱਦ ਤੱਕ ਚੈੱਕ ਕਰਦਾ ਕਿ ਕਿਸ ਤਰ੍ਹਾਂ ਉਹਦੇ ਵਿੱਚ ਕੁਆਲਿਟੀ ਹੈ ਕਿ ਨਹੀਂ। ਹੁਣ ਮੈਂ ਜ਼ਮੀਨ 'ਚ ਪਾਣਾ ਤੇ ਉਗਾਓ ਦੀ ਹੱਦ ਤੱਕ ਉਹਨੂੰ ਦੇਖਣਾ ਹੈ ਕਿ ਉਹਦੇ ਵਿੱਚ ਕੀ ਕੁਆਲਿਟੀਆਂ ਨੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹਦੇ ਵਿੱਚ ਜੀ 2 ਚੀਜ਼ਾਂ ਹੋ ਜਾਂਦੀਆਂ। ਦੂਸਰਾ ਸਾਡਾ ਜ਼ਿਮੀਂਦਾਰ ਜਿਹੜਾ ਨਾ ਇਹ ਅਨਐਜੂਕੇਟਡ ਆ, ਠੀਕ ਹੈ ਜੀ। ਉਹਦੇ ਵਿੱਚ ਇਹ ਹੁੰਦਾ ਵਾ ਵੀ ਹੁਣ ਬੀਜ ਅੱਛਾ ਆ ਗਿਆ ਲੇਕਿਨ ਜ਼ਮੀਨ ਅੱਛੀ ਨਹੀਂ ਹੈ। ਉਹਦੇ ਵਿੱਚ ਦੂਸਰੀ ਗੱਲ ਆ, ਹੁਣ ਜ਼ਮੀਨ ਦੇ ਵਿੱਚ ਜਦੋਂ ਬੀਜ ਉਗਾਉਣਾ ਵਾ ਉਹਦੇ ਵਿੱਚ ਕਾਰਬਨ ਦੀ ਜ਼ਰੂਰਤ ਨਹੀਂ ਹੈ। ਕਾਰਬਨ ਜਿਹੜੀ ਕਿੱਦਾਂ ਬਣਾਉਣੀ ਹੈ ਜ਼ਿਮੀਂਦਾਰ ਨੂੰ ਹਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਕਾਰਬਨ ਕਿੱਦਾਂ ਬਣਾਉਣੀ ਹੈ। ਕੁਛ ਉਹਦੇ ਵੀ ਸਾਨੂੰ ਹੱਲ ਦੱਸੋ। ਦੇਖੋ ਜੀ, ਉਹਦੇ ਵਿੱਚ ਹੁੰਦਾ ਦੇਸੀ ਢੇਰ, ਠੀਕ ਹੈ ਨਾ ਜੀ। ਦੇਸੀ ਢੇਰ ਜਿਹੜਾ ਉਹ ਵਿੱਚ ਜ਼ਮੀਨ ਦੇ ਪਾਇਆ ਜਾਊਗਾ, ਉਹ ਕਾਰਬਨ ਬਣੇਗੀ। ਕਾਰਬਨ ਜਿਹੜੀ ਆ ਉਹ ਬੀਜ ਦੇ ਉਗਾਉਣ ਵਾਸਤੇ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਤੁਹਾਨੂੰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਬਾਕੀ ਡਾਕਟਰ ਤੇ ਵੇਖੇ ਹੋਣਗੇ, ਲੇਕਿਨ ਆਹ ਹੁੰਦੇ ਨੇ ਡਾਕਟਰ ਜ਼ਮੀਨਾਂ ਦੇ, ਜਿਨ੍ਹਾਂ ਨੇ ਜ਼ਮੀਨਾਂ ਦੇ ਵਿੱਚ ਹੱਥ ਪਾਇਆ, ਜ਼ਮੀਨਾਂ ਦੇ ਵਿੱਚ ਮੁਸ਼ਕਿਲ ਹਾਲਾਤਾਂ ਦੇ ਵਿੱਚ ਰਹਿ ਕੇ ਤੇ ਉਹਨਾਂ 'ਚ ਪੈਦਾਵਾਰ ਲਈ, ਨਾ ਸਿਰਫ ਪੈਦਾਵਾਰ ਲਈ ਬਲਕਿ ਪੂਰੇ ਪਿੰਡ ਲਈ ਇੱਕ ਹੌਸਲਾ ਬਣੇ, ਇੱਕ ਜ਼ਰੀਆ ਬਣੇ ਕਿ ਇਸ ਤਰ੍ਹਾਂ ਪੈਦਾਵਾਰ ਨੂੰ ਵਧਾਇਆ ਜਾਏ ਤੇ ਮੁਨਾਫਾ ਬਖਸ਼ ਖੇਤੀ ਕੀਤੀ ਜਾਏ। ਮਾਸ਼ਾਅੱਲਾ ਜੀ, ਸ਼ੁਕਰੀਆ।
नाजरीन, मेरा नाम है अहमद सलीम ਤੇ ਇੱਕ ਸਾਇੰਸਦਾਨ ਹੋਣ ਦੇ ਨਾਤੇ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਅਖਤਰ ਸਾਹਿਬ ਨਾਲ। ਅਖਤਰ ਸਾਹਿਬ, ਜਿਹੜਾ ਅਸੀਂ ਐਜ਼ ਅ ਸਾਇੰਸਦਾਨ ਤੁਹਾਡੇ ਵਾਸਤੇ ਨਈ ਤੋਂ ਨਈ ਚੀਜ਼ਾਂ ਲੈ ਕੇ ਆਉਂਦੇ ਆ, ਪਰ ਜਿਹੜਾ ਕਿਸਾਨ ਹੈ ਉਹ ਕਹਿੰਦਾ ਹੈ ਕਿ ਅਸੀਂ ਸਿਰਫ ਰਵਾਇਤੀ ਫਸਲਾਂ ਹੀ ਲਾਣੀਆਂ ਨੇ। ਇਹਦੇ ਬਾਰੇ 'ਚ ਤੁਸੀਂ ਕੁਝ ਦੱਸੋ ਕਿ ਕਿਸਾਨ ਜਿਹੜੀ ਨਵੀਂ ਫਸਲਾਂ ਤੇ ਉਹ ਕਿਉਂ ਨਹੀਂ ਆ ਰਿਹਾ? ਰਵਾਇਤੀ ਫਸਲਾਂ ਨਾਲ ਅਸੀਂ ਕਾਮਯਾਬ ਹੀ ਨਹੀਂ ਹੋ ਸਕਦੇ। ਜੇ ਅਸੀਂ ਤੁਹਾਡੇ ਨਾਲ ਚੱਲਾਂਗੇ ਨਾ, ਨਵੇਂ ਬੀਜ ਦੇਵਾਂਗੇ, ਜ਼ਮੀਨ ਦੀ ਅਸੀਂ ਫੁੱਲ ਤਿਆਰੀ ਲਾਵਾਂਗੇ, ਫੇਰ ਹੀ ਅਸੀਂ ਕਾਮਯਾਬ ਹਾਂ। ਮੈਂ ਉਹੀ ਤੁਹਾਡੇ ਨਾਲ ਸਵਾਲ ਕੀਤਾ, ਜਿਹੜਾ ਕਿਸਾਨ ਹੈ ਉਹੀ ਕਹਿੰਦਾ ਕਿ ਮੈਂ ਰਵਾਇਤੀ ਫਸਲਾਂ ਹੀ ਲਾਣੀਆਂ ਨੇ, ਮੈਂ ਨਵੀਆਂ ਫਸਲਾਂ ਨਹੀਂ ਲਾਣੀਆਂ। ਐਜ਼ ਅ ਸਾਇੰਸਦਾਨ ਜਦੋਂ ਜਿਹੜੀ ਅਸੀਂ ਫਸਲਾਂ ਨਵੀਆਂ ਲੈ ਕੇ ਆਈ ਦੀਆਂ ਨੇ, ਜੀ ਉਹ ਨਹੀਂ ਇਸ ਕਿਸਾਨ ਕਹਿੰਦਾ ਮੈਂ ਲਾਣੀਆਂ, ਮੈਂ ਸਿਰਫ ਰਵਾਇਤੀ ਫਸਲਾਂ ਹੀ ਲਾਣੀਆਂ ਨੇ। ਇਹਦੇ ਬਾਰੇ 'ਚ ਕੋਈ ਦੱਸੋ ਤੁਸੀਂ। ਰਵਾਇਤੀ ਫਸਲਾਂ ਤਾਂ ਠੀਕ ਆ, ਕਿਸਾਨ ਕਹਿੰਦਾ ਲਾਉਣੀਆਂ, ਪਰ ਉਹਦੇ 'ਚ ਕਾਮਯਾਬੀ ਨਹੀਂ ਹੈ। ਜਦ ਅਸੀਂ ਤੁਹਾਡੇ ਨਾਲ ਚੱਲਾਂਗੇ ਫੇਰ ਕਾਮਯਾਬੀ ਹੋਣੀ। ਤੁਹਾਨੂੰ ਇਸ ਟਾਈਮ ਦੁਨੀਆ ਦੇਖ ਰਹੀ ਹੈ, ਤੁਸੀਂ ਕੋਈ ਕਿਸਾਨਾਂ ਨੂੰ ਮੈਸੇਜ ਦਿਓ ਇਸ ਬਾਰੇ 'ਚ ਕਿ ਜਿਹੜੀ ਰਵਾਇਤੀ ਫਸਲਾਂ ਤੇ ਨਾ ਰਹਿਣ, ਨਵੀਆਂ ਫਸਲਾਂ ਤੇ ਵੀ ਆਉਣ। ਨਹੀਂ, ਰਵਾਇਤੀ ਫਸਲਾਂ ਦੇ ਨਾਲ ਕਾਮਯਾਬ ਹੀ ਨਹੀਂ ਹੋ ਸਕਦੇ। ਅਸੀਂ ਤੁਹਾਡੇ ਨਾਲ ਚੱਲਾਂਗੇ, ਨਵੇਂ ਬੀਜ ਹਾਈਬ੍ਰਿਡ ਲਾਵਾਂਗੇ, ਆਪਦੀ ਜ਼ਮੀਨ ਨੂੰ ਫੁੱਲ ਤਿਆਰੀ ਦੇਵਾਂਗੇ, ਢੇਰ ਪਾਵਾਂਗੇ, ਖਾਦ ਪਾਵਾਂਗੇ, ਹਲ ਚੰਗੀ ਤਰ੍ਹਾਂ ਪਾਵਾਂਗੇ, ਫੇਰ ਅਸੀਂ ਕਾਮਯਾਬ ਹੋਣਾ। ਤੁਹਾਨੂੰ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਵਾਈ ਬੀਜੀ ਕਰਦੇ ਆ? ਵਾਹੀ ਬੀਜੀ ਕਰਦਿਆਂ ਨੂੰ ਤਕਰੀਬਨ 45-50 ਸਾਲ ਹੋ ਗਏ। ਮਾਸ਼ਾਅੱਲਾ, 45-50 ਸਾਲ ਦਾ ਤੁਹਾਡਾ ਤਜਰਬਾ ਹੈ। ਹਾਂਜੀ। ਤੇ ਅਗਰ ਕੋਈ ਅਸੀਂ ਫਸਲਾਂ ਦਾ ਕੋਈ ਟੂਰਨਾਮੈਂਟ ਕਰਾਈਏ ਤੇ ਤੁਹਾਡੇ ਹਿਸਾਬ ਨਾਲ ਕਿਹੜੀ ਫਸਲ ਜਿੱਤੇਗੀ? ਫਸਲ ਬੰਦ ਗੋਭੀ ਹੈ ਜੀ, ਜਿਹੜੀ ਹੁਣ ਅਸੀਂ ਆ ਰੋਜ਼ ਸਾਡੀ ਡਿਸਕਸ ਹੁੰਦੀ ਆ। ਅੱਛਾ। ਕਮਾਦ ਆ, ਅਸੀਂ ਚੰਗੇ ਬੀਜ ਲਿਆ ਕੇ ਬੀਜਿਆ, ਨਿਕਲਦਾ ਵੀ ਚੰਗਾ, ਪਰ ਉਹ ਰੇਟ ਦੇ ਮਾਰੋਂ ਹੁਣ ਤੁਸੀਂ ਦੱਸੋ, ਜੇ ਗਈ ਤੋਂ ਗਈ 500 ਨੂੰ ਮਣ ਗੋਭੀ ਵਿਕਦੀ ਆ, ਗਈ ਤੋਂ ਗਈ ਹਾਂਜੀ 500 ਨੂੰ ਮਣ ਕਮਾਦ ਵਿਕਦਾ। ਉਹ ਸਾਲ ਦੀ ਫਸਲ, ਅਸੀਂ ਸਾਲ ਉਹਦੇ ਨਾਲ ਕਹੀ ਪੌੜਾ ਹੁੰਨੇ ਆ, ਤੇ ਇਹ ਹੈਗੀ ਆ 3 ਮਹੀਨਿਆਂ ਦੀ, 90 ਦਿਨਾਂ ਦੀ ਫਸਲ ਆ। ਮਾਲ ਬਾਤ ਇੰਪੋਰਟਡ ਛੋਟਾ ਮੇਰਾ, ਅੱਛਾ, ਸਿਰਫ ਛੋਟਾ ਹੀ ਨਹੀਂ, ਮੇਰੀ ਬੀਵੀ ਵੀ ਇੰਪੋਰਟਡ ਹੈ। ਕੀ ਬਾਤ ਹੈ, ਮਾਸ਼ਾਅੱਲਾ। ਮਿੱਤਰੋ, ਇਹ ਗੱਲ ਵੱਧ ਗਈ ਜੇ। ਹਾਜੀ ਸਾਹਿਬ ਆਂਦੇ ਨੇ ਜੀ ਕਿ ਮੇਰਾ ਸੋਟਾ ਵੀ ਇੰਪੋਰਟਡ ਹੈ ਤੇ ਮੇਰੀ ਬੁੱਢੀ ਵੀ ਇੰਪੋਰਟਡ ਹੈ। ਇਹ ਇਸ ਗੱਲ ਤੇ ਰੋਸ਼ਨੀ ਹੁਣ ਅਸੀਂ ਪਾਉਣ ਲੱਗੇ ਹਾਂ ਤੇ ਤੁਸੀਂ ਸਾਡੇ ਨਾਲ ਹੀ ਰਹੋ ਜੀ। ਹਾਜੀ ਸਾਹਿਬ, ਮੇਰੀ ਸ਼ਾਦੀ ਜੀ ਇੰਡੀਆ 'ਚ ਹੋਈ ਹੈ ਸਨ 65। ਸਨ 65 ਜੀ ਤੁਸੀਂ ਇੰਡੀਆ ਗਏ ਸੋ ਜੀ ਤੇ ਕੋਈ ਉੱਥੇ ਕੋਈ ਰਿਸ਼ਤੇਦਾਰ ਰਹਿੰਦੇ ਸਨ ਜਾਂ ਕੋਈ ਜੀ, ਸੈਰ ਦੇ ਵੀਜ਼ੇ ਤੇ ਮੇਰੇ ਗਏ? ਨਾਨਕੇ ਗਾਂਧੀ ਨੇ ਜੀ ਸੱਦਿਆ ਸੀ ਇਹਨੂੰ। ਇੰਦਰਾ ਗਾਂਧੀ ਨੇ ਸੱਦਿਆ ਸੀ ਤੁਹਾਨੂੰ? ਇੰਦਰਾ ਗਾਂਧੀ ਨੇ ਸੱਦਿਆ ਸੀ। ਆਪਣੀ ਕੋਈ ਰਿਸ਼ਤੇਦਾਰੀ ਸੀ ਇੰਦਰਾ ਗਾਂਧੀ ਨਾਲ? ਮੇਰੇ ਮਾਮੂ ਉੱਥੇ, ਤੁਹਾਡੇ ਰਿਸ਼ਤਾ ਉਹਨੇ ਕਰਾਇਆ। ਹੁਣ ਵੀ ਉੱਥੇ ਹੈ। ਹਾਂ, ਉਹ ਮੀਆਂ ਜੋ ਸੀ ਜੀ ਵਿਚਾਰੀ, ਇੱਥੇ ਮੇਰਾ ਇਹਦੇ ਨਾਲ ਤਲਕ ਸੀਗਾ। ਅੱਜ ਇਹਨੂੰ ਭੁੱਲ ਜਾਓ ਤੁਸੀਂ। ਇਹਨੂੰ ਉਹ ਘਰ ਦੇ ਬੱਚੇ ਕਈ ਹੁੰਦੇ ਸ਼ਰਾਰਤੀ, ਇਹ ਸ਼ਰਾਰਤੀ ਬੱਚਾ। शरारती बच्चा। नाजरीन, जिस तरह एक क्लास में बच्चे शरारतें करते हैं, उस तरह जिम्मेदारों में भी जज्बात, दिल, ख्याल और ये सारी चीज़ें पाई जाती हैं। आज इस महफिल में, साइंसदानों की महफिल में, मेरे पिछे जेड़े साइंसदान ने इन्हां दी महफिल, मेरे इधर जेड़े साइंसदान ने इन्हां दी महफिल, अज हसदियां मुस्कुरांदियां बहुत सारियां गल्लां अगे वध गईयां ने। हाजी साहब, ਅਸੀਂ ਇਹਨੂੰ ਕਹਾਂਗੇ ਗੱਲ ਵੱਧ ਗਈ ਜੇ। ਇੰਡੀਆ ਤੁਸੀਂ ਗਏ 1965 ਵਿੱਚ ਤੁਹਾਡਾ ਵਿਆਹ ਹੋਇਆ। ਇਹ ਇਸ ਗੱਲ ਤੋਂ ਪਰਦਾ ਚੁੱਕੋ, ਕਿੱਦਾਂ ਤੁਹਾਡਾ ਵਿਆਹ ਉੱਥੇ ਹੋ ਗਿਆ? ਇੰਡੀਆ ਵਾਲਿਆਂ ਤੁਹਾਨੂੰ ਕਿਸ ਤਰ੍ਹਾਂ ਕੁੜੀ ਦੇ ਛੜੀ? ਉੱਥੇ ਜੀ ਮੇਰੇ ਸੀਗੇ ਨਾਨਕੇ, ਸਾਡੇ ਪਿੱਛੇ ਤੋਂ ਆਪਣੇ ਸੀ ਰਿਸ਼ਤੇਦਾਰੀਆਂ ਸੀਗੀਆਂ, ਸਾਡਾ ਆਪਣਾ ਰਹਿਣ ਸਹਿਣ, ਆਪਣੀ ਤਾਲੁਕਾਤ ਬਿਹਤਰ ਸੀਗੇ, ਬਿਹਤਰ ਰਹੇ, ਬਿਹਤਰ ਹੈ। ਤੁਸੀਂ ਇਕੱਲੇ ਗਏ ਸੋ, ਤੁਹਾਡੇ ਖਾਨਦਾਨ ਵਾਲੇ ਨਾਲ ਗਏ ਸਨ? ਇੱਥੋਂ ਜੰਜ ਟ੍ਰੇਨ ਤੇ ਗਈ ਸੀ ਜਾਂ ਘੋੜੀ ਚੜੇ ਸੋ? ਕੀ ਕੀਤਾ? ਮੇਰਾ ਤਾਇਆ ਮੇਰੇ ਨਾਲ ਗਿਆ ਸੀ, ਅਸੀਂ ਸਿਰਫ 2 ਬੰਦੇ ਗਏ ਸੀ। ਤੇ ਫਿਰ ਘਾਟਾ ਜਿਹਾ ਦਿਸਿਆ ਵੀ ਲੋਕ ਕਹਿਣਗੇ ਵੀ ਇਹ ਤਾਂ ਵਿਆਹ ਹੀ ਕੁਛ ਨਾ ਹੋਇਆ, ਬੰਦੇ 2 ਹੀ ਲੈ ਕੇ ਗਿਆ। ਇਸ ਵਾਸਤੇ ਮੈਨੂੰ ਉੱਥੇ 3 ਮਹੀਨੇ ਰਹਿਣਾ ਪਿਆ। ਮੈਂ ਤਾਦਾਦ ਪੂਰੀ ਕਰ ਦਿੱਤੀ। ਤਾਦਾਦ ਪੂਰੀ ਹੋ ਗਈ। ਨਾਜ਼ਰੀਨ, ਵਿਆਹਾਂ ਵਿੱਚ ਤੇ ਤਾਦਾਦ ਸੁਣੀ ਸੀ, ਇਹ ਜ਼ਿਮੀਂਦਾਰਾਂ ਦੇ ਖਿਆਲਾਂ ਦੀ ਵੀ ਤਾਦਾਦ ਤੁਸੀਂ ਅੱਜ ਪੂਰੀ ਕਰ ਲਈ ਕਿ ਵਿਆਹਾਂ ਤੇ ਤਾਦਾਦ ਕਿੰਨੀ ਲਾਜ਼ਮੀ ਹੈ। 30 ਜਾਂ 90 ਕਰ ਦਿੱਤੇ ਜੀ ਬੰਦੇ, ਬਸ ਮੈਂ ਇਕੱਲੇ ਨਹੀਂ। ਹਾਜੀ ਸਾਹਿਬ, ਤੁਸੀਂ ਉਹ 90 ਦੀ ਗਿਣਤੀ ਕਿੱਦਾਂ ਪੂਰੀ ਕੀਤੀ? ਕਿੱਦਾਂ ਵੋਟੀ ਲੈ ਕੇ ਆਏ? ਬਾਤ ਇਹ ਹੈ, ਮੈਨੂੰ ਇੱਥੇ ਮੇਰਾ ਤਾਇਆ ਲੈ ਗਿਆ ਨਾਲ ਵੀ, ਚੱਲ ਤੇਰਾ ਵਿਆਹ ਕਰਿਆ ਜੀ। ਉਹ ਚਲਿਆ ਗਿਆ ਤਾਂ ਮੈਨੂੰ ਕੋ ਅਹਿਸਾਸ ਜਿਹਾ ਹੋਇਆ ਵੀ ਲੋਕ ਬਰਾਤਾਂ ਲੈ ਕੇ ਜਾਂਦੇ ਆ 40-40, 50-50, 100-100 ਬੰਦਾ, ਤੇ ਮੈਨੂੰ ਇਕੱਲੇ ਨੂੰ ਲੈ ਚੱਲਿਆ। ਉਹ ਨਹੀਂ ਤਾਂ ਉੱਥੇ ਜਾ ਕੇ 15ਵੀਂ ਦਿਨ ਹੀ ਬੱਸ ਹੋ ਗਈ, ਕਹਿੰਦਾ ਜੀ ਚੱਲ ਚੱਲੀਏ। ਮੈਂ ਜਾ, ਮੈਂ ਨਹੀਂ ਜਾਂਦਾ। ਵੀਜ਼ਾ ਹੁੰਦਾ 3 ਮਹੀਨਿਆਂ ਦਾ,
ਮੈਂ ਕਿਹਾ ਵੀ ਮੈਂ ਤਾਂ ਹੁਣ ਬੰਦੇ ਨਹੀਂ ਹੈਗੇ ਤਾਂ ਮੈਂ ਬੰਦਿਆਂ ਦੇ ਥਾਂ ਗਿਣਤੀ ਪੂਰੀ ਕਰਕੇ ਜਾਊਂਗਾ। ਇਹ ਮੈਂ 90 ਦਿਨ ਜੀ ਉੱਥੇ ਰਿਹਾ। ਤੁਸੀਂ ਸਮਝ ਲਓ ਵੀ 90 ਤੇ 15 ਤਾਏ ਵਾਲੇ ਪਾ ਲਓ ਤੇ ਇਦਾਂ ਜਾਨੀ ਬਰਾਤੀ ਚ ਗਿਣ ਲਓ। ਹਾਜੀ ਸਾਹਿਬ ਲੋਕ ਵਲੈਤ ਵਿਆਹ ਕਰਨ ਜਾਂਦੇ ਸਨ, ਕੋਈ ਚੀਨ ਜਾਂਦਾ ਸੀ, ਕੋਈ ਜਾਪਾਨ ਜਾਂਦਾ ਸੀ, ਤੁਸੀਂ ਇੰਡੀਆ ਹੀ ਤੁਰ ਕੇ ਵਿਆਹ ਕਰਨ ਵਾਸਤੇ? ਉੱਥੇ ਤਾਂ ਸਾਰੇ ਤੁਰੇ ਫਿਰਦੇ ਆ, ਇੰਡੀਆ ਜਾ ਕੇ ਤੂੰ ਦਿਖਾ। ਹਾਜੀ ਸਾਹਿਬ ਜੀ ਮਜ਼ਾਕ ਦੇ ਵੀ ਫਨਕਾਰ ਨੇ ਤੇ ਹਾਜੀ ਸਾਹਿਬ ਇੱਕ ਸ਼ਾਇਰ ਵੀ ਨੇ। ਅਸੀਂ ਇਹਨਾਂ ਕੋਲੋਂ ਇੱਕ ਸ਼ੇਰ ਸੁਣਾਂਗੇ, ਇੱਕ ਨਜ਼ਮ ਸੁਣਾਂਗੇ ਜੋ ਇਹ ਸਾਨੂੰ ਸੁਣਾਉਣਾ ਚਾਹਣ। ਹਾਜੀ ਸਾਹਿਬ ਮਿਹਰਬਾਨੀ ਕਰੋ। ਬਸ ਇੱਥੇ ਹੀ हाँ भाई ते वो तुसी इंडिया दा कहता ना जंग लग गई नहीं बाहर मैं मसीतों आ रहा था नमाज पढ़ के राज थोड़ी तरह जलसा लिया सिख आए बैठे नंबरदार दी बैठ उन्होंने कैमरे कूमरे लाए हुए हमें लोगों ने इंटरव्यू कर बिच मी वर्गा कहता हाजी साहब का भी करियो इंटरव्यू जी आ गया आओ जी हाजी साहब आओ जी मैं हम भी ये कहते भी तेरी शादी इंडिया ही मैं हाँ जी इंडिया हुई कदों हुई मैं सन 65 का कहते जंग लगी हुई सी मैं तेन नहीं पता जंग क्यों लगी मैं निकाह करके कुड़ी लिया कहते खरी भजा के लै गए हाजी साहब तुसी हुण सानू एक कोई शेर सुनाओ। शेर मैं भी चला गया हांगकांग इंडिया नहीं गया चीन भी गया हांगकांग भी सऊदी अरब भी हमें तक फेरे खाने फिरते रहे हैं दुनिया देख ले जिमें आ महफिल लगी जिथे जाजी महफिल लगियां हुई ਉੱਥੇ ਬਹਿਣ ਉੱਠਣ ਹੋ ਗਿਆ ਤੁਹਾਡੇ ਵਰਗਿਆਂ ਨਾਲ ਜਿਹੜੇ ਕੋਈ ਚੇਰੀ ਚੇਰੀ ਕਰਦੇ ਸੀ ਉਹਨਾਂ ਜੇ ਬੈਠੇ ਆ ਅਸੀਂ ਐਂ ਦੇ ਨੇ ਬੈਠੇ ਨਾ ਮੈਂ ਚੱਲ ਤੁਸੀਂ ਅਸੀਂ ਵੀ ਕਰਕੇ ਦਿਖਾ ਦੇ ਉਹ ਮੈਂ ਵੀ ਐਵੇਂ ਸ਼ੇਰ ਸ਼ੂਰ ਜੇ ਬਣਾਉਣ ਲੱਗ ਗਿਆ ਪਹਿਲਾਂ ਉਹਨਾਂ ਨੂੰ ਸੁਣਾਉਂਦਾ ਛੋਟੇ ਬੇਟ ਇੱਕ ਨਾਜ਼ਮ ਬਣਾਈ दिल ने चाहा आओ आज हम भी ऐश कर लें हांगकांग के जल वाह जी वाह दिल ने चाहा आओ आज हम भी एक ऐश कर लें हांगकांग के जलवों से दामन भर लें हांगकांग के जलवों से दामन भर लें वाह जी वाह। दरअसल मुझको पता उस वक्त चला जो बाकी 100 से 90 की बजाय मुझको मिले 83। वाह जी वाह। हाजी साहब हर फील्ड में हर तरह की शायरी इंडिया में उनकी शादी हुई साइंसदान भी वो अपने आप को कहते हैं हर महफिल को लूट भी लेते हैं। हाजी वक्त की नज़ाकत को हमने गनीमत समझा फेरी का टिकट बदलना अपनी गनीमत समझा। हाजी साहब ये गल वध गई जे ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲਵਾਂਗੇ ਬੜੀ ਮਿਹਰਬਾਨੀ ਵਿਆਹ ਤੁਸੀਂ ਇੰਡੀਆ ਕਰਾ ਬੈਠੇ ਹੋ। ਹਾਂਜੀ हांगकांग के जलवों से दामन भर लें दरअसल मुझको पता उस वक्त चला जो बाकी 100 से 90 की बजाय मुझको मिले 83। वक्त की नज़ाकत को हमने गनीमत समझा फेरी का टिकट बदलना अपनी गनीमत समझा। मजा ही कुछ और था अपर डेक के एसी में हरगिज़ ना वो बात थी यार थी गोरियों को गौल फैले थे इर्द गिर्द मेरे नींद रहना आज शाम सुरखों सफेद तेरे एसी की ठंड से अबशार हो रहे थे मौसम गर्मा में हम बहार हो रहे थे। हाजी साहब नाजरीन हुण साडे नाल मौजूद ने महमूद साहब उर्फ बाबा मूदा। बाबा जी तानू बाबा मूदा क्यों कहंदे ने? आही गल मैं पुछ रहा सी आही सवाल करनी नहीं बाबा जी पहले शादी एक मेरी हुई वो मार गई दूई हुई वो भी मार गई की हुई भज गई बस ये लोग बाबा बाबा कह लगते और मैं फिर दो मर गईयां एक गई सुबह नाल ही। बाबा जी तुहाडे बच्चे किन्ने ने? इक्को बच्ची है बच्ची ਵਿਆਹ ਛੜੀ ਜੇ ਵਿਆਹ ਛੜੀ ਹੈ ਤੇ ਤੁਸੀਂ ਜਿਹੜੀ ਪਹਿਲੀ ਬੇਗਮ ਫੌਤ ਹੋ ਗਈ ਜਾਂ ਦੂਸਰੀ ਫੌਤ ਹੋ ਗਈ ਜਾਂ ਤੀਸਰੀ ਤੁਸੀਂ ਕਹਿੰਦੇ ਭੱਜ ਗਈ ਉਹਨਾਂ ਦੇ ਵਿੱਚੋਂ ਪਿਆਰ ਕਿਹਦੇ ਨਾਲ ਸੀ ਤੁਸੀਂ ਉਧਰ ਦੱਸਣਾ। ਦੂਸਰੀ ਨਾਲ ਪਿਆਰ ਸੀ ਕਿਹੜੀ ਐਸੀ ਵਜ੍ਹਾ ਸੀ ਜਿਹੜਾ ਤੁਹਾਡਾ ਉਹਦੇ ਨਾਲ ਪਿਆਰ ਸੀ ਤੁਸੀਂ ਅੱਜ ਵੀ ਉਹਨੂੰ ਯਾਦ ਕਰਕੇ ਇੱਕਦਮ ਅੱਖਾਂ ਬੰਦ ਕੀਤੀਆਂ ਜੀ? ਹਾਂ ਨਾ ਹਾਂ ਕਰਦੇ ਸੀ ਜੋ ਮੈਂ ਕਹਿ ਰਿਹਾ ਜੀ ਦਿਲੋਂ ਪਿਆਰ ਨਹੀਂ ਸੀ ਡੰਡੇ ਨਾਲ ਪਿਆਰ। ਆ ਦੇਖ ਲਓ ਹੁਣ ਤੁਸੀਂ ਆਪਣੀ ਆਪਣੀ ਬੁੱਢੀਆਂ ਦਾ ਦੱਸ ਦਿਓ ਜਾਂ ਉਹਦੀ ਦਾ ਦੱਸਣ ਦਿਓ ਉਹਨੂੰ। ਇਹਨਾਂ ਦੀ ਭੈਣ ਸੀ ਜੀ ਇਹਨਾਂ ਦੀ ਇਹਦੀ ਭੈਣ ਸੀ। ਅੱਛਾ ਅੱਛਾ ਮੁਝੇ ਮੈਂ ਇਹ ਕਰ ਪਹਿਲੀ ਨਾਲ ਪਿਆਰ ਸੀ ਇਹਨਾਂ ਨੂੰ ਕੋਈ ਲੱਗ ਗਿਆ। ਇਹ ਤੁਹਾਡਾ ਕਹਿਣ ਦਾ ਮਤਲਬ ਹੈ ਕਿ 3 ਮਹੀਨਿਆਂ ਦੀ ਫਸਲ ਹੈ ਜੇ ਇਹ 'ਚ ਨੁਕਸਾਨ ਹੋ ਵੀ ਜਾਂਦਾ ਆ
ਨੁਕਸਾਨ ਇਹਦੇ ਚ ਨਹੀਂ ਹੈ। ਅੱਛਾ, ਤੁਹਾਡਾ ਕਹਿਣ ਦਾ ਮਤਲਬ ਹੈ ਜੋ ਮਰਜ਼ੀ ਇੱਥੇ ਜਿੰਨਾ ਮਰਜ਼ੀ ਹਾਂ ਰੇਟ ਜੀ, ਕੱਟ ਹੋ ਜਾਏ, ਇੱਥੇ ਨੁਕਸਾਨ ਨਹੀਂ ਹੈਗਾ। ਇਹਦੇ ਚ ਫਾਇਦੇ ਜਾਂਦਾ ਬੰਦਾ। ਠੀਕ ਹੈ ਜੀ ਨਾਜ਼ਰੀਨ, ਅਖਤਰ ਸਾਹਿਬ ਸੀਗੇ, ਇਹਨਾਂ ਦੇ ਅਸੀਂ ਰਿਮਾਰਕਸ ਲਏ ਇਸ ਬਾਰੇ 'ਚ ਕਿ ਜਿਹੜੀ ਰਵਾਇਤੀ ਫਸਲਾਂ ਨੇ ਤੇ ਜਿਹੜੀਆਂ ਨਵੀਆਂ ਫਸਲਾਂ ਨੇ ਉਹਨਾਂ 'ਚ ਕੀ ਫਰਕ ਹੈ ਤੇ ਕਿਸਾਨ ਨੂੰ ਨਵੀਂ ਫਸਲਾਂ ਤੇ ਕਿਉਂ ਆਉਣਾ ਚਾਹੀਦਾ। ਜੀ ਤੇ ਮਿੱਤਰੋ, ਹੁਣ ਸਾਡੇ ਨਾਲ ਮੌਜੂਦ ਨੇ ਇਫਤਖਾਰ ਕਾਰਾ ਸਾਹਿਬ। ਇਫਤਖਾਰ ਸਾਹਿਬ, ਇਹ ਦੱਸੋ ਤੁਹਾਨੂੰ ਕਾਰਾ ਕਿਉਂ ਕਹਿੰਦੇ ਨੇ? ਮੈਂ ਜੀ ਪੁੱਠੇ ਸਿੱਧੇ ਕੰਮ ਕਰ ਲੈਂਦਾ। ਪੁੱਠੇ ਸਿੱਧੇ ਤੋਂ ਮੁਰਾਦ ਕੀ ਜੇ ਤੁਹਾਡੀ? ਨਾ ਹੀ ਪੁੱਛੋ। ਨਹੀਂ, ਅੱਜ ਤੁਸੀਂ ਸਾਇੰਸਦਾਨਾਂ ਦੀ ਇਸ ਬੈਠਕ 'ਚ ਫੜੇ ਗਏ ਹੋ, ਇਹ ਤੁਹਾਨੂੰ ਗੱਲ ਅੱਜ ਦੱਸਣੀ ਪੈਣੀ ਜੀ। ਮੈਂ ਜੀ ਇੱਕ ਅਸੀਂ ਸੁਣਦੇ ਆਏ ਆ ਕਾਰਾ, ਜਿਹਨੂੰ ਕਹਿੰਦੇ ਜੀ ਤੂੰ ਪੀਰ ਨੂੰ ਆਈ, ਤੂੰ ਮੰਗਲ ਨੂੰ ਆਈ, ਤੂੰ ਬੁੱਧ ਨੂੰ ਆਈ, ਤੂੰ ਜਮਰਾ, ਉਹ ਕਾਰੇ ਤੋਂ ਕਾਰਾ ਹੋ ਗਿਆ। ਪੀਰ ਮੰਗਰ ਵਾਲਾ ਨਹੀਂ ਆਪਾਂ ਕੀਤਾ। ਕਿਸ ਤਰ੍ਹਾਂ ਦਾ ਕਾਰਾ? ਕਿਉਂ ਕਹਿੰਦੇ ਨੇ ਤੁਹਾਨੂੰ ਕਾਰਾ? ਕੇਸ ਮੇਸ ਚਲਾਏ, ਲੜਾਈਆਂ ਕੀਤੀਆਂ, ਜ਼ਮੀਨਾਂ ਦੇ ਰੌਲੇ ਬਣੇ। ਤੁਹਾਡੇ ਵਰਗੇ ਪੜ੍ਹੇ ਲਿਖੇ ਸੀ, ਮੈਂ ਗੂਠਾ ਛਾਪ ਸੀ ਤੇ ਪੜ੍ਹਿਆ ਲਿਖਿਆ ਨੂੰ ਪਰੇ ਪਰੇ ਕਰੀ ਗਿਆ। ਪੜ੍ਹਿਆ ਲਿਖਿਆ ਨੂੰ ਤੁਸੀਂ ਰੋਲਤਾ। ਮੈਂ ਰੋਲਤਾ। ਇਹਦਾ ਮਤਲਬ ਜਿਹੜਾ ਅਸੀਂ ਤੁਹਾਨੂੰ ਆਖ ਰਹੇ ਹਾਂ ਕਿ ਇੱਕ ਇਹ ਸਾਇੰਸਦਾਨ ਨੇ, ਇੱਕ ਤੁਸੀਂ ਸਾਇੰਸਦਾਨ ਹੋ, ਇਹ ਤੁਸੀਂ ਮੰਨਦੇ ਹੋ ਕਿ ਤੁਸੀਂ ਵੀ ਸਾਇੰਸਦਾਨ ਹੋ? ਅਸੀਂ ਜਿਹੜੇ ਕੰਮ ਦੇ ਮਾਹਰ ਉਹਦੇ ਸਾਇੰਸਦਾਨ। ਤੁਸੀਂ ਕਿਸ ਕੰਮ ਦੇ ਮਾਹਰ ਹੋ? ਅਸੀਂ ਜ਼ਿਮੀਂਦਾਰਾਂ ਦੇ ਵੀ ਸਾਇੰਸਦਾਨ ਆ। ਇਹ ਬੱਚੇ, ਇਹ ਧੀਆਂ ਪੁੱਤ ਸਾਰੇ ਜਿਹੜੇ ਪਿੱਛੇ ਸਾਇੰਸਦਾਨ ਬੈਠੇ ਆ, ਇਹ ਤੁਹਾਡੇ ਕੋਲ ਅੱਜ ਆਏ ਨੇ, ਇਹ ਆਪਣੇ ਸ਼ੋਬੇ ਦੇ ਸਾਇੰਸਦਾਨ ਨੇ, ਤੁਸੀਂ ਆਪਣੇ ਸ਼ੋਬੇ ਦੇ ਸਾਇੰਸਦਾਨ। ਤੁਸੀਂ ਐਸਾ ਕਿਹੜਾ ਤਜਰਬਾ ਕੀਤਾ ਜਿਹੜਾ ਤੁਸੀਂ ਸਮਝਦੇ ਹੋ ਕਿ ਮੈਂ ਜੀ ਜ਼ਰਾਇਤ ਦਾ ਜਾਂ ਮੈਂ ਜ਼ਿਮੀਂਦਾਰੇ ਦਾ ਸਾਇੰਸਦਾਨ? ਜ਼ਰਾਇਤ ਦਾ ਜੀ, ਮੈਂ ਸਾਡੇ ਪਿੰਡ 'ਚ ਇਸ ਇਲਾਕੇ 'ਚ ਜ਼ਮੀਨ ਚੜ੍ਹਦੀ ਆ 1.25 ਲੱਖ ਨੂੰ ਏਕੜ। ਮੇਰੇ ਕੋਲ ਆ 40 ਲੱਖ ਨੂੰ 40,000 ਨੂੰ ਏਕੜ। ਇਹਨਾਂ ਦਾ ਗੰਨਾ ਇੱਥੋਂ ਨਿਕਲਦਾ ਵਾ 800, 700, 900। ਮੇਰਾ ਨਿਕਲਦਾ ਵਾ 1500, 1600। ਇਹ ਚੀਜ਼ਾਂ ਨੇ ਜਿਹੜੀਆਂ ਇੱਕ ਜ਼ਿਮੀਂਦਾਰ ਨੂੰ ਤਜਰਬੇ ਕਰ ਕਰਕੇ ਇਸ ਕਾਬਲ ਬਣਾਉਂਦੀਆਂ ਕਿ ਉਹ ਆਪਣੇ ਆਪ ਨੂੰ ਸਾਇੰਸਦਾਨ ਕਹਾਉਂਦਾ। ਮਿਹਰਬਾਨੀ ਕਾਰਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਮਿੱਤਰੋ, ਸਾਡੇ ਨਾਲ ਮੌਜੂਦ ਨੇ ਅਬਦੁਲ ਅਜ਼ੀਜ਼ ਸਾਹਿਬ। ਅਬਦੁਲ ਅਜ਼ੀਜ਼ ਸਾਹਿਬ ਇਸ ਇਲਾਕੇ ਦੇ ਮੰਨੇ ਤੰਨੇ ਜ਼ਿਮੀਂਦਾਰ ਨੇ ਔਰ ਮਾਸ਼ਾਅੱਲਾ ਮਜ਼ਹਬ ਤੋਂ ਬਹੁਤ ਕਰੀਬ ਤਰੀਨ ਨੇ। ਹਰ ਚੀਜ਼ ਨੂੰ ਅੱਛੇ ਤਰੀਕੇ ਨਾਲ ਔਰ ਸੁਨਨਤ ਨੂੰ, ਹਰ ਚੀਜ਼ ਨੂੰ ਅਦਾ ਕਰਨ ਵਾਲੇ ਇਨਸਾਨ ਨੇ। ਅਬਦੁਲ ਅਜ਼ੀਜ਼ ਭਾਈ, ਥੋੜੀ ਜੀ ਰੋਸ਼ਨੀ ਪਾਓ ਕਿ ਤੁਹਾਡੀ ਕਾਮਯਾਬੀ ਦਾ ਕੀ ਰਾਜ਼ ਹੈ? ਮਾਸ਼ਾਅੱਲਾ ਤੁਸੀਂ ਨਮਾਜ਼ਾਂ ਹਰ ਚੀਜ਼ ਤਰੀਕੇ ਨਾਲ ਅਦਾ ਕਰਦੇ ਹੋ, ਕੁਛ ਇਸ ਗੱਲ ਤੇ ਰੋਸ਼ਨੀ ਪਾਓ। ਜੀ ਬਿਸਮਿਲ੍ਲਾ। ਪਹਿਲੇ ਤਾਂ ਮੈਂ ਸਾਰੇ ਭਰਾਵਾਂ ਨੂੰ ਖੁਸ਼ ਆਮਦੀਦ ਕਹਿੰਦਾ ਜਿਹੜੇ ਸਾਡੀ ਬਸਤੀ ਦੇ ਅੰਦਰ ਇਹ ਸਿੱਖ ਲੈ, ਠੀਕ ਹੈ ਨਾ ਜੀ। ਔਰ ਦੂਸਰੀ ਬਾਤ ਇਹ ਹੈ ਕਿ ਸਾਰੇ ਜਿਹੜੇ ਵੀ ਦੋਸਤਾਂ ਨੇ ਬਾਤ ਕੀਤੀ ਹੈ ਔਰ ਬਾਤ ਦਾ ਜਾਣੀ ਕਿ ਮੁਖਤਲਿਫ ਅਮੂਰ ਤੇ ਬਾਤ ਹੋਈ, ਜਿਹਦੇ 'ਚ ਬੰਦ ਗੋਭੀ ਵੀ ਸੀ, ਜਿਹਦੇ ਵਿੱਚ ਭਿੰਡੀ ਵੀ, ਠੀਕ ਹੈ ਨਾ ਜੀ। ਔਰ ਪਹਿਲੇ ਤਾਂ ਯਾਨੀ ਕਿ ਕਾਰੋਬਾਰੀ ਦੁਨੀਆ ਦੇ ਅੰਦਰ ਜਿਸ ਤਰ੍ਹਾਂ ਅੱਲਾਹ ਪਾਕ ਨੇ ਤਕਸੀਮ ਬਣਾਈ ਆ, ਜਿਸ ਤਰ੍ਹਾਂ ਇਸ ਪਿੰਡ ਦੇ ਤਕਰੀਬਨ 70 ਕੁ ਮਰਬੇ ਆ, ਸਾਰੇ ਸਾਡੇ ਹਬਾਬ ਬੈਠੇ ਆ, ਲੇਕਿਨ ਅੱਲਾਹ ਪਾਕ ਦੀ ਤਕਸੀਮ ਦੇਖੋ ਕਿ ਅੱਲਾਹ ਪਾਕ ਨੇ ਇੱਕ ਅਸੀਂ ਮੁਸਲਮਾਨ ਹੁੰਦਿਆਂ ਦੇ ਨਾਤੇ ਦੇ ਨਾਲ ਇੱਕ ਨਿਜ਼ਾਮ ਅੱਲਾਹ ਪਾਕ ਨੇ ਆਪਣੇ ਮਹਿਬੂਬ ਸੱਲਮ ਦੇ ਜ਼ਰੀਏ ਸਾਨੂੰ ਦਿੱਤਾ, ਜਿਹਨੂੰ ਅਸੀਂ ਉਸੇ ਕਹਿ ਦਿੰਦੇ ਹਾਂ ਜਾਂ ਜ਼ਕਾਤ ਕਹਿ ਦਿੰਦੇ ਹਾਂ, ਠੀਕ ਹੈ ਨਾ ਜੀ। ਔਰ ਉਹ ਬੰਦਾ ਜਿਹੜਾ ਆਪਣਾ ਕਾਰੋਬਾਰ ਦੇ ਅੰਦਰ ਮਿਸਾਲ ਦੇ ਤੌਰ ਤੇ ਇੱਕ ਬੰਦਾ 1000 ਰੁਪਇਆ ਕਮਾਉਂਦਾ, ਅਗਰ ਉਹਨੇ ਨੀਅਤ ਕਰ ਲਈ ਕਿ ਮੈਂ 5% ਜਾਂ 2% ਜਾਂ 3% ਮੇਰੇ ਸ਼ਰਾਕਤ ਅੱਲਾਹ ਪਾਕ ਦੀ, ਠੀਕ ਹੈ ਨਾ ਜੀ। ਔਰ ਉਹ ਬੰਦਾ ਕਿਸੇ ਵੀ ਕਾਰੋਬਾਰੀ ਫੀਲਡ ਦੇ ਅੰਦਰ ਉਤਰਦਾ, ਅੱਲਾਹ ਪਾਕ ਉਹਦੇ ਨਾਲ ਹੈ, ਠੀਕ ਹੈ ਨਾ ਜੀ। ਔਰ ਦੂਸਰੇ ਨੰਬਰ ਤੇ ਜਿਹੜਾ ਹੈਗਾ ਫਸਲਾਂ ਦੇ ਮੁਤਲਕ ਜਿਹੜੀ ਬਾਤ ਹੋਈ ਹੈ, ਮੇਰਾ ਇੱਕ ਮੌਕਫ ਹੈ ਕਿ ਕੋਈ ਵੀ ਫਸਲ ਕਿਸੇ ਚੀਜ਼ ਦੇ, ਜਿਸ ਤਰ੍ਹਾਂ ਹੁਣ ਗੋਭੀ ਹੈ, ਗੋਭੀ ਦੇ ਅੰਦਰ ਤਕਰੀਬਨ 25 ਤੋਂ 30 ਸਾਲ ਹੋ ਗਏ ਅਸੀਂ ਇਹਨੂੰ ਖਰੀਦਦੇ ਵੀ ਹਾਂ, ਅਸੀਂ ਇਹਦੇ ਸੀਡ ਤੋਂ ਵੀ ਵਾਕਫ ਹਾਂ, ਅਸੀਂ ਇਹਦੀਆਂ ਮਾਰਕੀਟਾਂ ਤੋਂ ਵੀ ਵਾਕਫ। ਔਰ ਜਦੋਂ ਨਵਾਂ ਬੰਦਾ ਫੀਲਡ 'ਚ ਆਉਂਦਾ, ਉਹ ਸੁਣਦਾ ਕਿ ਜੀ ਬੰਦ ਗੋਭੀ ਫਲਾਂ ਆਦਮੀ ਨੇ ਲਾਈ, ਉਹਨੂੰ 10 ਲੱਖ ਰੁਪਇਆ 30 ਏਕੜ ਦਾ ਬਚ ਗਿਆ, ਲੇਕਿਨ ਉਹ ਸਿਰਫ 2 ਹੀ ਲਫ਼ਜ਼ ਸੁਣਦਾ ਕਿ ਬੰਦ ਗੋਭੀ ਫਲਾਂ ਆਦਮੀ ਨੇ ਲਾਈ, ਉਹਨੂੰ 10 ਲੱਖ। ਲੇਕਿਨ ਉਹਦੇ ਦਰਮਿਆਨ ਵਾਲਾ ਜਿਹੜਾ ਜਿਸ ਤਰ੍ਹਾਂ 1 ਤੋਂ ਲੈ ਕੇ 100 ਤੱਕ, ਜਿਹਦੇ ਅੰਦਰ ਸਭ ਤੋਂ ਪਹਿਲੀ ਚੀਜ਼ ਮੇਰਾ ਇੱਕ ਮੌਕਫ ਹੈ ਕਿ ਅਗਰ ਮੈਂ 2 ਏਕੜ ਦਾ ਜ਼ਿਮੀਂਦਾਰੀ ਦੀ ਤਾਕਤ ਰੱਖਦਾ ਤਾਂ ਮੈਂ 1 ਏਕੜ ਦੇ ਵਿੱਚੋਂ ਅੱਲਾ ਮੈਨੂੰ ਉਨੀ ਪੈਦਾਵਾਰ ਦੇ ਸਕਦਾ, ਅਗਰ ਮੈਂ ਉਹਦੇ ਲਵਾਜ਼ਮਾਤ ਪੂਰੇ ਕਰਾਂ, ਠੀਕ ਹੈ ਨਾ ਜੀ। ਅਗਰ ਮੇਰਾ ਕਿਸੇ ਜਗ੍ਹਾ ਤੋਂ ਨੁਕਸਾਨ ਹੁੰਦਾ, ਉਸ ਨੁਕਸਾਨ ਦੀ ਮੈਂ ਤਸ਼ਰੀਹ ਜਿੱਥੇ ਕਿ ਬਣਦੀ ਆ, ਜਿੱਥੇ ਅਗਰ ਹੋ ਸਕਦਾ ਉਹ ਨੁਕਸਾਨ 90% ਮੇਰੀ ਵਜ੍ਹਾ ਤੋਂ ਹੋਇਆ, ਤਾਂ ਮੈਂ ਉਸ ਗਲਤੀ ਨੂੰ ਬਜਾਏ ਕਿਸੇ ਦਵਾਈ ਵਾਲੀ ਕੰਪਨੀ ਜਾਂ ਕਿਸੇ ਦਵਾਈ ਵਾਲੀ ਸੀਡ ਵਾਲੀ ਕੰਪਨੀ
ਮੈਂ ਉਹਨੂੰ ਆਪਣੇ ਤੇ ਲਵਾਂ, ਠੀਕ ਹੈ ਨਾ ਜੀ, ਤਾਂ ਕਿ ਮੇਰੀ ਅੱਗੇ ਯਾਨੀ ਕਿ ਉਸ ਮਿਸਟੇਕ ਤੋਂ ਮੈਂ ਬਚਾਂ ਔਰ ਅੱਗੇ ਤੋਂ ਉਸ ਗਲਤੀ ਦਾ ਮੈਂ ਅਜ਼ਾਲਾ ਕਰਨ ਦੀ ਕੋਸ਼ਿਸ਼ ਕਰਾਂ, ਠੀਕ ਹੈ ਨਾ ਜੀ। ਕਿਉਂਕਿ ਤੁਹਾਡੇ ਜ਼ਰੀਏ ਦੇ ਨਾਲ ਇਹ ਬਾਤ ਜਿਹੜੀ ਹੈ ਪੂਰੀ ਦੁਨੀਆ ਦੇ ਅੰਦਰ ਜਾ ਰਹੀ ਹੈ ਔਰ ਮੇਰਾ ਇਹ ਮੌਕਫ ਹੈ ਕਿ 1-2 ਏਕੜ ਅਗਰ ਅਸੀਂ ਬੀਜਦੇ ਹਾਂ ਉਹਦੇ ਅੰਦਰ ਅਸੀਂ ਉਹਦੇ ਤਰੀਕੇਕਾਰ ਨੂੰ ਤਾਂ ਦੇ ਲਈਏ। 2 ਦਿਨ ਪਹਿਲੇ ਮੈਂ 1 ਏਕੜ ਚੁਕੰਦਰ ਦਾ ਕਾਸ਼ਤ ਕੀਤਾ, ਲੋਕ ਉਹਦੇ 'ਚ ਲਾਉਂਦੇ ਆ ਤਕਰੀਬਨ ਕੋਈ 1 ਲੱਖ ਦਾ। ਮੈਂ ਗ੍ਰੀਨ ਗੋਲਡ ਕੰਪਨੀ ਦਾ ਡਿਲੀਸ਼ੀਅਸ ਸੀਡ ਲਾਇਆ, ਮੈਂ 1 ਏਕੜ ਦੇ ਵਿੱਚ ਤਕਰੀਬਨ 55,000 ਯਾਨੀ ਕਿ ਸੀਡ ਲਾਇਆ, ਠੀਕ ਹੈ ਨਾ ਜੀ। ਔਰ ਉਹਦੇ ਅੰਦਰ ਮੈਨੂੰ ਤਕਰੀਬਨ ਸੀਡ ਦੇ ਅੰਦਰੋਂ 15,000 ਰੁਪਏ ਦੀ ਬਚਤ ਔਰ ਮੇਰੀ ਪੈਦਾਵਾਰ ਔਰ ਪੌਦੇ ਤੋਂ ਪੌਦੇ ਦਾ ਫਾਸਲਾ ਉਹਦੀ ਆਬੋ ਹਵਾ ਵਾਸਤੇ ਯਾਨੀ ਕਿ ਉਹਦੀ ਜਿਹੜੀ ਪੈਦਾਵਾਰ ਹੋ ਰਹੀ ਹੈ ਅਲਹਮਦੁਲਿਲਾ ਅਗਰ ਕੋਈ 30,000 ਦਾ ਸੀਡ ਪਾਏਗਾ ਉਹ ਬਜਾਏ ਨਫੇ ਦੇ ਨੁਕਸਾਨ ਠਾਏਗਾ, ਠੀਕ ਹੈ ਨਾ ਜੀ। ਔਰ ਇਹ ਜਿਹੜੀਆਂ ਬਾਤਾਂ ਵਾ ਇਹ ਸਾਡੇ ਦੋਸਤਾਂ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਆ, ਕਿਉਂ ਕਿ ਅਸੀਂ ਯਾਨੀ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿਸ ਕੰਪਨੀ ਦਾ ਜਿਹਦੇ ਸਭ ਤੋਂ ਪਹਿਲੇ ਨੰਬਰ ਤੇ ਸੀਡ ਹੈ, ਠੀਕ ਹੈ ਨਾ ਜੀ। 2 ਦਿਨ ਪਹਿਲੇ ਮੈਨੂੰ ਸ਼ੇਖੂਪੁਰੇ ਤੋਂ ਕਾਲ ਆਈ, ਠੀਕ ਹੈ ਨਾ ਜੀ, ਮੈਨੂੰ ਕਾਲ ਆਈ, ਉਹਨਾਂ ਨੇ ਕਿਹਾ ਜੀ ਫਲਾਂ ਕੰਪਨੀ ਦਾ ਫਲਾਂ ਸੀਡ ਜਿਹਦਾ ਨਾਮ ਗਲੇਸ਼ੀਅਰ ਗ੍ਰੀਨ ਗੋਲਡ ਕੰਪਨੀ ਤੇ ਉਹ ਸਾਨੂੰ ਚਾਹੀਦਾ ਹੈ ਜੀ। ਉਹ ਮੈਂ ਚਾਚਾ ਸਾਹਿਬ ਨੂੰ ਕਾਲ ਕੀਤੀ ਲੇਕਿਨ ਉਹ ਸੀਡ ਸਾਨੂੰ ਨਹੀਂ ਮਿਲਿਆ। ਲੇਕਿਨ ਉਹ ਸੀਡ ਦੀ ਕਾਲ ਕਰਨ ਵਾਲਾ ਆਦਮੀ ਐਸਾ ਸੀ ਜਿਹਦਾ ਮਾਨਾ ਵਾਲੇ ਦੇ ਅੰਦਰ ਜ਼ਿਲ੍ਹਾ ਸ਼ੇਖੂਪੁਰ ਦੇ ਅੰਦਰ ਗੋਭੀ ਦੀ ਦੁਨੀਆ ਦੇ ਅੰਦਰ ਗੋਭੀ ਦੀ ਫੀਲਡ ਦੇ ਅੰਦਰ ਉਹਦਾ ਨਾਮ ਆ। ਉਹ ਗੋਭੀ ਦਾ ਮੈਂ ਇਹ ਬਾਤ ਕਹਿ ਦੂੰ ਕਿ ਗੋਭੀ ਲਾਉਣ ਦੇ ਮੁਤਲਕ ਵੀ ਔਰ ਮਾਰਕੀਟ ਦੇ ਮੁਤਲਕ ਵੀ ਸੇਲ ਕਰਨ ਦੇ ਮੁਤਲਕ ਵੀ ਉਹ ਸਪੈਸ਼ਲਿਸਟ, ਠੀਕ ਹੈ ਨਾ ਜੀ। ਉਹਨੇ ਇਸ ਬੀਜ ਨੂੰ ਯਾਨੀ ਕਿ ਉਹਨੇ ਕਿਹਾ ਜੀ ਲੇਟੈਸਟ ਬੀਜ ਸਾਨੂੰ ਚਾਹੀਦਾ, ਠੀਕ ਹੈ ਨਾ ਜੀ, ਤਾਂ ਕਿ ਸਾਡੀ ਇਸ ਬਾਤ ਦੇ ਜ਼ਰੀਏ ਪੂਰੀ ਦੁਨੀਆ ਦੇ ਲੋਕਾਂ ਨੂੰ ਫਾਇਦਾ ਪਹੁੰਚੇ। ਮਿੱਤਰੋ ਇਹ ਉਹ ਚੀਜ਼ ਹੈ ਜਿਹੜੀ ਅਸੀਂ ਇਹਨਾਂ ਸਾਇੰਸਦਾਨਾਂ ਕੋਲ ਸਿੱਖਣ ਆਏ। ਇਹ ਸਾਇੰਸਦਾਨ ਜਿਹੜੇ ਮੇਰੇ ਪਿੱਛੇ ਬੈਠੇ ਨੇ ਤੇ ਇੱਕ ਇਹ ਸਾਇੰਸਦਾਨ ਨੇ ਜਿਹੜੇ ਇੱਕ ਸਾਇੰਸਦਾਨ ਆਂਦਾ ਜੀ 1 ਲੱਖ ਬੀ ਲਾਓ, ਇੱਕ ਸਾਇੰਸਦਾਨ ਆਂਦਾ ਮੈਂ 55,000 ਬੀ ਨਾਲ ਉਹਨਾਂ ਮੁਨਾਫਾ ਕਮਾ ਸਕਦਾ ਤੇ ਮੈਂ 15,000 ਦੀ ਬਚਤ ਕੀਤੀ। ਨਾਜ਼ਰੀਨ ਇਹ ਸਾਇੰਸਦਾਨਾਂ ਦੀ ਗੱਪਸ਼ਪ ਅੱਜ ਦੀ ਇੱਥੇ ਇਖਤਤਾਮ ਹੋਈ। ਅਗਲੇ ਸ਼ੋਅ ਵਿੱਚ ਇਨਸ਼ਾਅੱਲਾ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤੇ ਸਾਇੰਸਦਾਨਾਂ ਦੀ ਗੱਪਸ਼ਪ ਦਾ ਮਕਸਦ ਸਿਰਫ ਤੁਹਾਡੇ ਤੱਕ ਇਹ ਗੱਲ ਪਹੁੰਚਾਣੀ ਕਿ ਅਸਲ ਸਾਇੰਸਦਾਨ ਇਹ ਨੇ ਜਿਹੜੇ ਤਜਰਬਾ ਕਰਦੇ ਨੇ ਤੇ ਫੀਲਡ ਵਿੱਚ ਬਹਿੰਦੇ ਨੇ। ਜਜ਼ਾਕ ਅੱਲਾਹ। ਲਓ ਜੀ, ਸ਼ੁਕਰੀਆ ਜੀ, ਮਿਹਰਬਾਨੀ।